पंजाबी फिल्म इंडस्ट्री तो इन्ना समा ਤੁਹਾਨੂੰ ਕਿਵੇਂ ਮਿਲ ਗਿਆ ਕਿ ਤੁਸੀਂ ਸਮਾਜ ਸੇਵਾ ਵਾਲੇ ਪਾਸੇ ਆ ਗਏ? ਮੇਰੇ ਡੈਡ ਕਮਿਊਨਿਸਟ ਲੀਡਰ ਸੀਗੇ। ਲਾਸਟ ਟਾਈਮ ਤੇ ਜਦੋਂ ਗਏ ਸੀਗੇ ਉਹਨਾਂ ਨੇ ਇੱਕ ਲੈਟਰ ਛੱਡੀ ਸੀਗੀ ਜਿਹਦੇ ਵਿੱਚ ਇਹ ਸਭ ਲਿਖਿਆ ਸੀਗਾ। ਔਰ ਡੇਰੇ ਨਾਲ ਜੁੜਨ ਦੀ ਕੀ ਕਹਾਣੀ ਹੈ ਜੀ? ਤੁਹਾਡਾ ਉਹਨਾਂ ਵਿਸ਼ਵਾਸ ਕਿਵੇਂ ਬਣਿਆ? ਮੈਂ ਦੁਆ ਮੰਗੀ ਮੈਂ ਕਿ ਸਾਈਂ ਜੀ ਮੇਰਾ ਗਾਣਾ ਮੈਂ ਇੱਥੇ ਸ਼ੂਟ ਕਰਨ ਆਈ ਹਾਂ ਜਲੰਧਰ ਉਹਦੇ ਹਿੱਟ ਬਾਰੇ ਤੇ ਉਹ 100 ਮਿਲੀਅਨ ਹਿੱਟ ਹੋ ਜੇ। ਸਾਡੇ ਦਰਸ਼ਕ ਸਮਝ ਲੈਣ ਕਿ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸੋਨੀਆ ਮਾਨ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜ ਸਕਦੇ ਨੇ। ਸਿੱਧੂ ਮੂਸੇਵਾਲਾ ਜਿਹੜਾ ਨਾਮ ਹੈ ਬੜਾ ਵਿਵਾਦਾਂ ਵਾਲਾ ਨਾਮ ਹੈ ਜੀ। ਤੁਸੀਂ ਉਹਨਾਂ ਨਾਲ ਕੰਮ ਕੀਤਾ, ਤੁਹਾਡਾ ਗਾਣਾ ਸੀ ਟੋਚਣਾ, ਹੈ ਨਾ ਜੀ? ਹਾਂਜੀ। ਜਦੋਂ ਉਹਨਾਂ ਨਾਲ ਤੁਸੀਂ ਕੰਮ ਕੀਤਾ, ਉਸ ਸ਼ਖਸ ਨੂੰ ਮਿਲੇ, ਉਸ ਕਰੈਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਤੇ ਇੰਨੀ ਛੋਟੀ ਏਜ ਦੇ ਵਿੱਚ ਜਦੋਂ ਇੰਨਾ ਫੇਮ ਮਿਲ ਜੇ ਤੇ ਉਦੋਂ ਬੰਦੇ ਦਾ ਦਿਮਾਗ 7ਵੇਂ ਆਸਮਾਨ ਤੇ ਪਹੁੰਚ ਜਾਂਦਾ ਹੈ। ਆਪਣੇ ਗਾਣੇ ਦੇ ਵਿੱਚ ਇਦਾਂ ਜ਼ਾਹਿਰ ਕਰਦੇ ਨੇ ਕਿ ਮੈਂ ਇੰਨੀ ਸਟਰਗਲ ਕਰ ਲਈ, ਮੈਂ ਅੱਜ ਇੱਥੇ ਪਹੁੰਚ ਗਿਆ। ਇਹ ਸਹੀ ਹੈ ਜੀ? ਇਸ ਚੀਜ਼ ਨੂੰ ਗਾਣਿਆਂ ਦੇ ਵਿੱਚ ਲੈ ਕੇ ਆਣਾ ਸਹੀ ਹੈ? ਜੈਸੇ ਕੋ ਤੈਸਾ ਤਾਲੀ ਇੱਕ ਹੱਥ ਨਾਲ ਦਿਵਾ ਦਿੰਦੇ ਹੋ ਕਿ ਜਿਹੋ ਜਿਹੇ ਲੋਕ ਸੁਣਨਾ ਚਾਹੁੰਦੇ ਨੇ, ਪਰ ਸੁਣਨਾ ਤਾਂ ਲੋਕ ਸਤਿੰਦਰ ਸਰਤਾਜ ਨੂੰ ਵੀ ਚਾਹੁੰਦੇ ਨੇ ਜੀ। ਕੁਝ ਕ੍ਰਿਮੀਨਲ ਮਾਈਂਡਡ ਲੋਕੀ ਹੁੰਦੇ ਆ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਅਮਿਤ ਕੁਮਾਰ। ਮਨ ਨੀਵਾ ਮਤ ਉੱਚੀ ਦੀ ਸੋਚ ਲੈ ਕੇ ਸੋਨੀਆ ਮਾਨ ਆਪਣੀ ਜ਼ਿੰਦਗੀ ਜੋ ਰਹੇ ਨੇ। ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਪਟਿਆਲਾ ਆਏ ਹਾਂ। ਕਾਰਨ ਇਹ ਵੀ ਸੀ ਕਿਉਂਕਿ ਉਹ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਸਮਾਜ ਸੇਵਾ ਵਾਲੇ ਕੰਮ ਕਰ ਰਹੇ ਸਨ। ਜੋ ਬੱਚੇ ਸਪੈਸ਼ਲ ਨੇ ਉਹਨਾਂ ਦੇ ਨਾਲ ਆਪਣਾ ਸਮਾਂ ਗੁਜ਼ਾਰ ਰਹੇ ਸਨ ਤੇ ਆਪਣੇ ਇਲਾਕੇ ਦੇ ਵਿੱਚ ਬੇਸਿਕਲੀ ਉਹ ਅਜਨਾਲਾ ਦੇ ਰਹਿਣ ਵਾਲੇ ਨੇ ਤੇ ਆਪਣੇ ਇਲਾਕੇ ਦੇ ਵਿੱਚ ਲੋਕ ਸੇਵਾ ਨਿਭਾ ਰਹੇ ਸਨ, ਪ੍ਰਸ਼ਾਸਨ ਦੇ ਨਾਲ ਸੇਵਾਵਾਂ ਨਿਭਾ ਰਹੇ ਸਨ। ਗੱਲਬਾਤ ਕਰਾਂਗੇ ਇਹਨਾਂ ਦਾ ਇਸ ਵੱਲ ਰੁਝਾਨ ਕਿਵੇਂ ਵਧਿਆ। ਆਓ ਪਹਿਲਾਂ ਸਭ ਤੋਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸੋਨੀਆ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਏਸ਼ੀਆ ਟੀਵੀ ਤੇ। ਸਤਿ ਸ਼੍ਰੀ ਅਕਾਲ। ਜਿਵੇਂ ਮੈਂ ਆਪਣੀ ਓਪਨਿੰਗ ਦੇ ਵਿੱਚ ਕਿਹਾ ਜੀ ਕਿ ਤੁਸੀਂ ਕਰੋਨਾ ਕਾਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਸੀ, ਐਨਜੀਓ ਦੇ ਵਿੱਚ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ ਤੇ ਤੁਸੀਂ ਆਪਣੇ ਇਲਾਕੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਜੋ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਨੂੰ ਦੂਰ ਕਰ ਰਹੇ ਸੀਗੇ। ਇਹ ਸਭ ਵੱਲ ਰੁਝਾਨ ਕਿਵੇਂ ਵਧਿਆ? ਪੰਜਾਬੀ ਫਿਲਮ ਇੰਡਸਟਰੀ ਤੋਂ ਇੰਨਾ ਸਮਾਂ ਤੁਹਾਨੂੰ ਕਿਵੇਂ ਮਿਲ ਗਿਆ ਕਿ ਤੁਸੀਂ ਸਮਾਜ ਸੇਵਾ ਵਾਲੇ ਪਾਸੇ ਆ ਗਏ? ਜੀ ਲੋਕਡਾਊਨ ਪੀਰੀਅਡ ਇਹ ਜਿਹਾ ਸੀਗਾ। ਇਹ ਜ਼ਰੂਰੀ ਨਹੀਂ ਕਿ ਲੋਕਡਾਊਨ ਦੇ ਵਿੱਚ, ਉਵੇਂ ਵੀ ਮੈਂ ਆਪਣੀ ਪਰਸਨਲ ਲਾਈਫ ਦੇ ਵਿੱਚ ਸੋਸ਼ਲ ਲਾਈਫ ਵਿੱਚ ਸੋਸ਼ਲ ਐਕਟੀਵਿਟੀਜ਼ ਕਰਦੀ ਰਹਿੰਦੀ ਹਾਂ। ਐਸ ਸੱਚ ਆਈ ਬਿਲੋਂਗ ਟੂ ਸੱਚ ਅ ਬੈਕਗਰਾਊਂਡ ਫੈਮਿਲੀ। ਮੇਰੇ ਡੈਡ ਕਮਿਊਨਿਸਟ ਲੀਡਰ ਸੀਗੇ ਔਰ ਉਹਨਾਂ ਨੇ ਇਹ ਜਿਹੀਆਂ ਸਿੱਖਿਆਵਾਂ ਦਿੱਤੀਆਂ ਨੇ ਔਰ ਪ੍ਰਿੰਸੀਪਲਸ ਔਰ ਕੁਝ ਵੈਲਿਊਜ਼ ਮੈਨੂੰ ਦੇ ਕੇ ਗਏ ਨੇ ਮੇਰੀ ਜ਼ਿੰਦਗੀ ਜਿਉਣ ਵਾਸਤੇ। ਔਰ ਲਾਸਟ ਟਾਈਮ ਤੇ ਜਦੋਂ ਗਏ ਸੀਗੇ ਉਹਨਾਂ ਨੇ ਇੱਕ ਲੈਟਰ ਛੱਡੀ ਸੀਗੀ ਜਿਹਦੇ ਵਿੱਚ ਇਹ ਸਭ ਲਿਖਿਆ ਸੀਗਾ। ਔਰ ਇਨਫੈਕਟ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਲੜਾਈ ਲੜਨ ਵਾਸਤੇ ਦੇ ਦਿੱਤੀ ਔਰ ਸਾਡੇ ਪਿੰਡਾਂ ਦੇ ਲੋਕਾਂ ਨੂੰ ਹੱਕ ਦਿਵਾਉਣ ਦੀ ਉਹਨਾਂ ਦੀ ਸਾਰੀ ਜ਼ਿੰਦਗੀ ਚਲੇਗੀ। ਸੋ ਮੈਨੂੰ ਉਹੀ ਬਲੱਡ ਆ ਮੈਂ। ਸੋ ਇਟ ਜਸਟ ਸੀਮਸ ਲਾਈਕ ਕਿ ਘਰੇ ਬੈਠੇ ਸੀਗੇ ਔਰ ਮੈਨੂੰ ਲੱਗਾ ਵੀ ਮੈਨੂੰ ਘਰੋਂ ਬਾਹਰ ਜਾ ਕੇ ਨਿਕਲ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਔਰ ਖਾਸ ਕਰਕੇ ਉਹਨਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ। ਜਦੋਂ ਵੀ ਮੈਂ ਪਿੰਡ ਜਾਂਦੀ ਹਾਂ ਅੱਜ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਨੂੰ ਨੌਕਰੀ ਦਿਵਾ ਦਿਓ, ਬਟ ਮੈਂ ਇਸ ਟਾਈਮ ਮੇਰੇ ਕੋਲ ਇਹ ਜੀ ਪਾਵਰ ਨਹੀਂ ਕਿ ਮੈਂ ਕਿਸੇ ਨੂੰ ਨੌਕਰੀ ਦਿਵਾ ਸਕਾਂ, ਬਟ ਮੈਂ ਹੌਸਲਾ ਅਫਜ਼ਾਈ ਕਰ ਸਕਦੀ ਹਾਂ ਔਰ ਜਾਂ ਫਿਰ ਮੈਂ ਕੁਛ ਜਿੰਨੀ ਹੈਲਪ ਮੇਰੇ ਤੋਂ ਹੋ ਸਕਦੀ ਆ ਉਨੀ ਮੈਂ ਕਰਦੀ ਹਾਂ। ਔਰ ਮੈਂ ਤਾਂ ਥੈਂਕਸ ਸਭ ਤੋਂ ਪਹਿਲਾਂ ਕਹੂੰਗੀ ਸਾਡੇ ਐਸਐਸਪੀ ਵਿਕਰਮਜੀਤ ਤੁੱਗਲ ਨੂੰ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਜਿਨ੍ਹਾਂ ਨੇ ਸਾਡੇ ਰੂਰਲ ਏਰੀਆ ਦੇ ਵਿੱਚ ਮੈਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਮੈਂ ਪੂਰੇ ਏਰੀਆਸ ਦੇ ਵਿੱਚ ਵਿਜ਼ਿਟ ਕੀਤਾ ਔਰ ਸਾਰਿਆਂ ਦੀ ਜੋ ਹੈਲਪ ਹੋ ਸਕੀ ਉਹ ਕੀਤੀ। ਤੁਹਾਡੇ ਫਾਦਰ ਸਾਹਿਬ ਬਲਦੇਵ ਸਿੰਘ ਮਾਨ ਜੀ ਕਾਮਰੇਡ ਰਹਿ ਚੁੱਕੇ ਨੇ ਜੀ ਤੇ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਉਹਨਾਂ ਦਾ ਪਿਛੋਕੜ ਜ਼ਰੂਰ ਦੱਸੋ ਕਿ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ। ਜੀ ਉਹ ਕਿਸਾਨ ਯੂਨੀਅਨ ਲੀਡਰ ਸੀਗੇ, ਪੰਜਾਬ ਦੇ ਕਿਸਾਨ ਯੂਨੀਅਨ ਲੀਡਰ ਸੀਗੇ ਔਰ ਉਹਨਾਂ ਨੇ ਆਪਣੀ ਯੂਨੀਵਰਸਿਟੀ ਟਾਈਮ ਤੋਂ ਹੀ ਮਤਲਬ ਸਮਾਜ ਸੇਵਾ ਕਰਨੀ ਸ਼ੁਰੂ ਕਰਤੀ। ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹ ਇਨਕਲਾਬ ਦੇ ਨਾਅਰੇ ਲਾਉਣ ਲੱਗ ਪਏ ਸੀਗੇ। ਔਰ ਜਿਵੇਂ ਕਿ ਮੇਰੇ ਦਾਦੀ ਮਾਂ ਜਾਂ ਮੇਰੇ ਘਰ ਦੇ ਦੱਸਦੇ ਨੇ ਕਿ ਮੇਰੇ ਡੈਡ ਨੂੰ ਵਿਆਹ ਕਰਾਉਣ ਦੇ ਵਿੱਚ ਵੀ ਕੋਈ ਇੰਟਰਸਟ ਨਹੀਂ ਸੀਗਾ ਇਹ ਜਿਹਾ ਔਰ ਉਹਨਾਂ ਦਾ ਹਮੇਸ਼ਾ ਜ਼ਿਆਦਾਤਰ ਟਾਈਮ ਇਹੀ ਲੋਕ ਸੇਵਾ ਦੇ ਲੋਕ ਸੰਘਰਸ਼ ਦੇ ਵਿੱਚ ਹੀ ਨਿਕਲਦਾ ਸੀਗਾ। ਜ਼ਿਆਦਾਤਰ ਰੈਲੀਜ਼ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਵਿੱਚ ਲੜਾਈ ਕਰਨ ਦੇ ਵਿੱਚ। ਸੋ ਜ਼ਿਆਦਾਤਰ ਟਾਈਮ ਉੱਥੇ ਹੀ ਜਾਂਦਾ ਸੀਗਾ। ਮੇਰੇ ਮੰਮਾ ਦੀ ਜਿਵੇਂ ਮੈਰਿਜ ਹੋਈ, ਮੇਰੇ ਮੰਮਾ ਨੂੰ ਵੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਮੇਰੀ ਪਹਿਲੀ ਪ੍ਰਾਇੋਰਟੀ ਲੋਕ ਸੇਵਾ ਹੈ। ਜੋ ਮੰਮਾ ਫਿਰ ਇਤਰਾਜ਼ ਕਰਦੇ ਹੁੰਦੇ, ਦੱਸਦੇ ਹੁੰਦੇ ਮੰਮਾ ਤੁਹਾਨੂੰ ਕਹਾਣੀਆਂ ਪਾਪਾ ਦੀਆਂ? ਨਹੀਂ, ਮੇਰੇ ਮੰਮਾ ਬਿਲਕੁਲ ਨਹੀਂ ਇਤਰਾਜ਼ ਕਰਦੇ ਸੀਗੇ। ਮੇਰੇ ਇਨਫੈਕਟ ਮੇਰੇ ਮੰਮਾ ਮੇਰੇ ਪਾਪਾ
ਇੱਕ ਲੜਾਈ ਨੂੰ ਇਕੱਠੇ ਲੈ ਕੇ ਚੱਲੇ ਨੇ ਲੋਕ, ਸਮਾਜ ਸੇਵਾ ਕਰਨ ਦੀ ਲੜਾਈ ਨੂੰ। ਔਰ ਮੇਰੇ ਡੈਡ ਨੇ ਮੇਰੇ ਮਾਮ ਨੂੰ ਕਦੀ ਨਹੀਂ ਇਹ ਸਮਝਿਆ ਕਿ ਉਹ ਘਰੇ ਰਹਿਣ ਔਰ ਘਰ ਦਾ ਕੰਮ ਕਰਨ। ਉਹ ਹਮੇਸ਼ਾ ਆਪਣੇ ਨਾਲ ਰੱਖਦੇ ਸੀਗੇ, ਹਮੇਸ਼ਾ ਆਪਣੇ ਨਾਲ ਆਫਿਸ ਲੈ ਕੇ ਜਾਂਦੇ ਸੀਗੇ। ਜਿੰਨਾ ਵੀ ਸੋਸ਼ਲ ਵਰਕ ਕੀਤਾ ਜਾਂਦਾ ਆ ਲੇਡੀਜ਼ ਨੂੰ ਲੈ ਕੇ, ਵਿਮਨ ਇੰਪਾਵਰਮੈਂਟ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ, ਇਸਤਰੀ ਸਭਾ ਦੇ ਵਿੱਚ ਮੇਰੇ ਮੰਮਾ ਕੰਮ ਕਰਦੇ ਸੀਗੇ। ਸੋ ਮੇਰੇ ਡੈਡ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੇ। ਸੋ ਮਾਈ ਮਮ, ਮੇਰੇ ਮੰਮਾ ਕਹਿੰਦੇ ਤੇਰੇ ਡੈਡ ਤੋਂ ਮੈਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ, ਬਿਕਾਜ਼ ਮੇਰੇ ਡੈਡ ਬਹੁਤ, ਮੈਂ ਕਹਾਂ, ਇੰਟੈਲੀਜੈਂਟ ਸੀਗੇ ਐਂਡ ਬਹੁਤ। ਹਿਰਾਵਲ ਦਸਤਾ ਮੈਗਜ਼ੀਨ ਮੇਰੇ ਡੈਡ ਕੱਢਦੇ ਹੁੰਦੇ ਸੀਗੇ ਉਦੋਂ, ਐਡੀਟਰ ਵੀ ਸੀਗੇ ਹਿਰਾਵਲ ਦਸਤਾ ਦੇ, ਔਰ ਸਾਈ ਰਾਤ ਲਿਖਦੇ ਰਹਿਣਾ, ਸੰਪਾਦਕੀ ਸੀਗੇ। ਔਰ ਮੰਮਾ ਨੇ ਹਮੇਸ਼ਾ ਡੈਡ ਨੂੰ ਮੋਟੀਵੇਟ ਕੀਤਾ ਆ, ਲਾਈਫ ਪਾਰਟਨਰ ਇਹ ਜਿਹਾ ਹੀ ਹੋਣਾ ਚਾਹੀਦਾ ਜਿਹੜਾ ਇੱਕ ਦੂਜੇ ਦੇ ਸੰਘਰਸ਼ ਨੂੰ ਸਮਝੇ ਔਰ ਮੋਟੀਵੇਟ ਕਰਕੇ ਚੱਲੇ। ਜਦੋਂ ਤੁਸੀਂ ਜੰਮੇ ਸੀਗੇ ਜੀ, ਤੁਹਾਡੇ ਫਾਦਰ ਸਾਹਿਬ ਇੱਕ ਚਿੱਠੀ ਲੈ ਕੇ ਗਏ ਸੀ ਜਿਹਦੀ ਬਹੁਤ ਚਰਚਾ ਹੁੰਦੀ ਹੈ ਜੀ। ਸਾਨੂੰ ਉਹ ਦੱਸੋ ਕਿ ਉਸ ਚਿੱਠੀ ਦੇ ਵਿੱਚ ਕੀ ਸ਼ਬਦ ਸੀਗੇ, ਤੇ ਜਦੋਂ ਵੀ ਪੜ੍ਹਦੇ ਹੋ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ? ਮੈਨੂੰ ਬਹੁਤ ਹੀ ਜ਼ਿਆਦਾ ਚੰਗਾ ਮਹਿਸੂਸ ਹੁੰਦਾ ਹੈ ਕਿ ਮੈਂ ਇਹੋ ਜਿਹੀ ਫੈਮਿਲੀ ਦੇ ਵਿੱਚ ਜਨਮ ਲਿਆ ਕਿ ਜਿੱਥੇ ਇੰਨੇ ਵਧੀਆ ਥਾਟਸ ਨੇ ਮੇਰੇ ਡੈਡ ਦੇ, ਇੰਨੇ ਵਧੀਆ ਥਿੰਕਿੰਗ ਸੀਗੀ, ਇੰਨੇ ਵਧੀਆ ਪ੍ਰਿੰਸੀਪਲਸ ਸੀਗੇ, ਇੰਨੇ ਵਧੀਆ ਵੈਲਿਊਜ਼ ਉਹ ਮੇਰੇ ਵਾਸਤੇ ਛੱਡ ਕੇ ਗਏ ਨੇ। ਉਹ ਚਿੱਠੀ ਨੇ ਮੈਨੂੰ ਜ਼ਿੰਦਗੀ ਦੀ ਮੇਰੀ ਜਿਹੜੀ ਨੀਂਹ ਆ ਉਹ ਚਿੱਠੀ ਨੇ ਰੱਖੀ ਆ। ਮੈਂ ਆਪਣੀ ਲਾਈਫ ਦੇ ਵਿੱਚ ਅੱਜ ਸੋਨੀਆ ਮਾਨ ਜੋ ਆ ਔਰ ਜੋ ਉਹਦੀ ਸੋਚ ਦੀ ਮਾਲਕ ਆ, ਉਹ ਮੇਰੀ ਡੈਡ ਦੀ ਚਿੱਠੀ ਆ। ਕਿਉਂਕਿ ਉਹਨਾਂ ਨੂੰ ਕਦੇ ਲੱਗਦਾ ਸੀਗਾ ਕਿ ਜਿਸ ਸੰਘਰਸ਼ ਦੇ ਵਿੱਚ ਉਹ ਹਨ ਔਰ ਜੋ ਉਹ ਲੜਾਈ ਲੜ ਰਹੇ ਨੇ ਲੋਕਾਂ ਨੂੰ ਲੈ ਕੇ, ਉਹ ਕਦੀ ਮੇ ਵੀ ਜੇਲ੍ਹ 'ਚ ਜਾ ਸਕਦੇ ਨੇ ਔਰ ਸਾਰੀ ਜ਼ਿੰਦਗੀ ਜੇਲ੍ਹ 'ਚ ਰਹਿ ਸਕਦੇ ਨੇ, ਕੀ ਪਤਾ ਉਹਨਾਂ ਨੂੰ ਕੁਝ ਹੋ ਜੇ। ਉਹਨਾਂ ਨੂੰ ਹਮੇਸ਼ਾ ਤੋਂ ਇਹ ਲੱਗਦਾ ਸੀਗਾ ਔਰ ਇਸ ਕਰਕੇ ਉਹਨਾਂ ਨੇ ਉਹ ਚਿੱਠੀ ਮੇਰੇ ਵਾਸਤੇ ਲਿਖਤੀ ਸੀਗੀ। ਔਰ ਉਹਨਾਂ ਨੂੰ ਹਮੇਸ਼ਾ ਤੋਂ ਬੇਟੀ ਚਾਹੀਦੀ ਸੀਗੀ। ਹਾਂ, ਔਰ ਬੇਟੀ ਦੀ ਐਕਸਾਈਟਮੈਂਟ ਸੀਗੀ ਉਹਨਾਂ ਨੂੰ, ਸੀਗਾ ਕਿ ਮੇਰੇ ਘਰ ਬੇਟੀ ਹੋਵੇ ਔਰ ਮੈਂ ਉਹਨੂੰ ਪੜ੍ਹਾਵਾਂ ਲਿਖਾਵਾਂ ਔਰ ਉਹਨੂੰ ਆਪਣੇ ਇਸੇ ਕਿਸਾਨਾਂ ਦੇ, ਇਹੀ ਸੁਸਾਇਟੀ ਦੇ ਹੱਕਾਂ ਵਾਸਤੇ ਅੱਗੇ ਲੜਨ ਵਾਸਤੇ ਅੱਗੇ ਲੈ ਕੇ ਆਵਾਂ। ਸੋ ਉਸ ਚਿੱਠੀ ਦੇ ਵਿੱਚ ਵੀ ਇਹੀ ਸਾਰਾ ਕੁਝ ਲਿਖਿਆ ਹੈ ਕਿ ਤੂੰ ਹਿੰਦੂ ਨਹੀਂ ਬਣਨਾ, ਤੂੰ ਮੁਸਲਮਾਨ ਨਹੀਂ ਬਣਨਾ, ਤੂੰ ਸਿੱਖ ਨਹੀਂ ਬਣਨਾ, ਤੂੰ ਇਹਨਾਂ ਸਾਰਿਆਂ ਤੋਂ ਉੱਠ ਕੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਨਾ। ਸੋਨੀਆ ਮਾਨ ਜੀ, ਮੈਂ ਇਹ ਵੀ ਪੁੱਛਣਾ ਚਾਹੂੰਗਾ ਕਿ ਤੁਸੀਂ ਸਮਾਜ ਸੇਵਾ ਵਾਲੇ ਪਾਸੇ ਆਏ। ਆਪਾਂ ਰੁਝਾਨ ਦੇਖੀ ਹੈ ਜੀ ਕਿ ਕਈ ਜਿਹੜੇ ਕਲਾਕਾਰ ਹੁੰਦੇ ਨੇ ਸਮਾਜ ਸੇਵਾ ਤੋਂ ਬਾਅਦ ਪੋਲੀਟੀਕਲ ਪਾਰਟੀ ਦੇ ਵਿੱਚ ਛਲਾਂਗ ਮਾਰਦੇ ਨੇ। ਤੁਹਾਡਾ ਇਹੋ ਜਿਹਾ ਕੋਈ ਮੂਡ ਬਣ ਰਿਹਾ? ਇਹ ਜਿਹਾ ਕੁਛ ਨਹੀਂ ਹਜੇ ਮੂਡ ਬਣ ਰਿਹਾ, ਬਿਕਾਜ਼ ਮੈਨੂੰ ਪੋਲਿਟਿਕਸ ਦਾ ਇੰਨਾ ਸੋਚਿਆ ਹੈ, ਮੈਨੂੰ ਪੋਲਿਟਿਕਸ ਦਾ ਸੱਚੀ ਕੋਈ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਕਿ ਮੈਂ ਪੋਲਿਟਿਕਸ ਦੇ ਵਿੱਚ ਜਾਵਾਂ, ਬਟ ਮੈਨੂੰ ਯੂ ਨੈਵਰ ਨੋ, ਇਨ ਫਿਊਚਰ ਮੈਂ ਜਾ ਵੀ ਸਕਦੀ ਹਾਂ। ਅਸੀਂ ਸੋਚ ਸਕਦੇ ਹਾਂ ਕਿ ਸਾਡੇ ਦਰਸ਼ਕ ਸਮਝ ਲੈਣ ਕਿ ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ ਸੋਨੀਆ ਮਾਨ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜ ਸਕਦੇ ਨੇ। ਮੈਨੂੰ ਹਾਂ ਸੋਚ ਸਕਦੇ ਨੇ, ਬਿਕਾਜ਼ ਉਹ ਵੀ ਮੈਂ ਇਸ ਕਰਕੇ ਜੁੜੂੰਗੀ ਕਿਉਂਕਿ ਆਈ ਬਿਲੀਵ ਕਿ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਪਾਵਰ। ਜੇ ਤੁਹਾਡੇ ਕੋਲ ਪਾਵਰ ਆ, ਤੁਸੀਂ ਲੋਕਾਂ ਦੇ ਕੰਮ ਕਰਾ ਸਕਦੇ ਹੋ। ਜੇ ਤੁਹਾਡੇ ਕੋਲ ਪਾਵਰ ਨਹੀਂ, ਤੁਸੀਂ ਲੋਕਾਂ ਦੇ ਕੰਮ ਕਿਵੇਂ ਕਰਵਾ ਲੋਗੇ? ਮੌਜੂਦਾ ਪੰਜਾਬ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਮੌਜੂਦਾ ਪੰਜਾਬ ਦੀ ਸਥਿਤੀ ਦੇ ਵਿੱਚ ਮੈਂ ਇਹੀ ਦੇਖਦੀ ਹਾਂ ਵੀ ਨਸ਼ੇ, ਸਾਡਾ ਯੂਥ ਨਸ਼ਿਆਂ ਵੱਲ ਜਾ ਰਿਹਾ, ਬੇਰੁਜ਼ਗਾਰੀ ਆ, ਗੈਂਗਸਟਰਿਜ਼ਮ ਵੱਧ ਰਿਹਾ ਆ ਪੰਜਾਬ ਦੇ ਵਿੱਚ। ਉਹ ਵੀ ਇਸ ਕਰਕੇ ਬਿਕਾਜ਼ ਰੋਜ਼ਗਾਰ ਨਹੀਂ ਹੈਗਾ ਔਰ ਜਿੰਨਾ ਵੀ ਯੂਥ ਆ ਉਹ ਨਸ਼ੇ ਵੇਚ ਕੇ ਪੈਸੇ ਕਮਾਉਣ ਦੀ ਸ਼ਾਰਟਕਟਸ ਅਪਣਾਉਣ ਦੀ ਕੋਸ਼ਿਸ਼ ਕਰਦਾ ਆ ਔਰ ਫਿਰ ਕੇਸਿਸ ਦੇ ਵਿੱਚ ਉਹਨਾਂ ਨੂੰ ਪੈਣਾ ਪੈਂਦਾ ਆ, ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਨਿਕਲ ਜਾਂਦੀ ਆ। ਸੋ ਸਾਡੇ ਪੰਜਾਬ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਪੈਦਾ ਹੋਣਾ ਚਾਹੀਦਾ ਆ। ਤੁਸੀਂ ਅਜਨਾਲਾ ਦੇ ਵਸਨੀਕ ਹੋ ਜੀ, ਉੱਥੇ ਜੰਪਲ ਹੋ, ਬਾਰਡਰ ਬੈਲਟ ਪੈ ਜਾਂਦੀ ਹੈ ਜੀ। ਉਹ ਤੁਸੀਂ ਆਪਣੇ ਇਲਾਕੇ ਵਿੱਚ ਜਦੋਂ ਹੁਣ ਇਸ ਵਾਰ ਸੇਵਾ ਨਿਭਾਈਆਂ ਐਸਐਸਪੀ ਸਾਹਿਬ ਦੇ ਨਾਲ, ਕੀ ਕਮੀਆਂ ਦੇਖੀਆਂ ਲੋਕਾਂ ਦੇ ਵਿੱਚ, ਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ? ਲੋਕਾਂ ਨੂੰ ਗਰੀਬੀ ਬਹੁਤ ਆ ਪਿੰਡਾਂ ਦੇ ਵਿੱਚ ਔਰ ਇੱਕ ਐਜੂਕੇਸ਼ਨਲ, ਲੋਕਾਂ ਨੂੰ ਬਾਹਰ ਜਾਣ ਦਾ ਬਹੁਤ ਜ਼ਿਆਦਾ ਭੂਤ ਸਵਾਰ ਆ ਕਿ ਅਸੀਂ ਬਾਹਰ ਜਾਈਏ ਔਰ ਬਾਹਰ ਜਾ ਕੇ ਆਈ ਥਿੰਕ ਕਿ ਮਤਲਬ ਕੈਨੇਡਾ ਚਲੇ ਜਾਈਏ, ਉੱਥੇ ਜਾ ਕੇ ਸਾਨੂੰ ਰੋਜ਼ਗਾਰ ਮਿਲੂਗਾ। ਕਈ ਹੱਦ ਤੱਕ ਉਹ ਸਹੀ ਵੀ ਨੇ, ਬਟ ਕਈ ਹੱਦ ਤੱਕ ਮੈਨੂੰ ਇਹ ਲੱਗਦਾ ਵੀ ਸਾਡੇ ਪੰਜਾਬ ਦੇ ਵਿੱਚ ਜੇ ਇੰਨਾ ਪੈਸਾ ਲਾਉਣਾ ਆ ਤੁਸੀਂ ਬਾਹਰ ਦੀ ਸਟੱਡੀਜ਼ ਦੇ ਉੱਤੇ, 3 ਸਾਲ ਦੀ ਡਿਗਰੀ ਲੈਣ ਵਾਸਤੇ, ਫਿਰ ਤੁਸੀਂ ਉੱਥੇ ਇੰਨੇ ਪੈਸੇ ਕਮਾਉਣੇ ਆ, ਉਨੇ ਪੈਸੇ ਤੁਸੀਂ ਇੱਥੇ ਇਨਵੈਸਟ ਕਰਕੇ ਵੀ ਕੰਮ ਕਰ ਸਕਦੇ ਹੋ। ਬਟ ਸਾਡੇ ਜਿੰਨੇ ਵੀ ਯੂਥ ਆ ਸਾਡਾ ਪੰਜਾਬ ਦਾ, ਉਹ ਸਪੋਰਟਸ ਕੋਟੇ ਵਿੱਚ ਜਾ ਸਕਦਾ ਆ। ਕਿ ਕੌਣ ਕਹਿੰਦਾ ਵੀ ਅੱਜ ਸਪੋਰਟਸ ਕੋਟੇ ਦੇ ਵਿੱਚ ਸਰਕਾਰ ਨੌਕਰੀਆਂ ਨਹੀਂ ਦੇ ਰਹੀ? ਸਾਰੇ ਜਿੰਨੇ ਵੀ ਸਪੋਰਟਸ ਕੋਟੇ ਦੇ ਵਿੱਚ ਅੱਗੇ ਬੱਚੇ ਆਉਂਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਦੀਆਂ, ਏਅਰ ਇੰਡੀਆ ਦੇ ਨਾਲ ਨੌਕਰੀਆਂ ਮਿਲਦੀਆਂ ਨੇ। ਔਰ ਪਿੱਛੇ ਜੇ ਅਸੀਂ ਇੱਕ ਸਟੋਰੀ ਵੀ ਕਵਰ ਕੀਤੀ ਸੀਗੀ, ਮਨਦੀਪ
ਚੱਕਰਾਂ ਪਿੰਡ ਤੋਂ ਕੁੜੀ ਆ ਜਿਨੇ ਕਿ ਸਾਡੀ ਵਰਲਡ ਲੈਵਲ ਚੈਂਪੀਅਨ ਬਾਕਸਿੰਗ ਲੀਗ ਦੇ ਵਿੱਚ ਸਾਡੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਆ। ਸੋ ਇਹ ਜਿਹੀ ਬਹੁਤ ਕੁੜੀਆਂ ਨੇ, ਮੈਂ ਉਹਦੇ ਜ਼ੀ ਨਿਊਜ਼ ਵਾਲਿਆਂ ਦੇ ਨਾਲ ਉੱਥੇ ਗਈ ਸੀਗੀ, ਉਹਨਾਂ ਦੇ ਪਿੰਡ ਵਿਜ਼ਿਟ ਕੀਤਾ, ਉਹਨਾਂ ਦੇ ਕੋਲ ਗਿਆ। ਉਹ ਇਹੀ ਇੱਕ ਮੋਟੀਵੇਸ਼ਨਲ ਚੀਜ਼ ਸੀਗੀ ਸਾਰਿਆਂ ਨੂੰ ਦੱਸਣ ਵਾਸਤੇ ਵੀ ਸਾਡੀਆਂ ਭੈਣਾਂ ਸਾਡੇ ਵਿੱਚੋਂ, ਪਿੰਡਾਂ ਦੇ ਵਿੱਚੋਂ ਹੀ ਉੱਠ ਕੇ ਕਿਸ ਵੱਡੇ ਪੱਧਰ ਦੇ ਉੱਤੇ ਪਹੁੰਚਦੀਆਂ ਨੇ। ਜ਼ਰੂਰੀ ਨਹੀਂ ਵੀ ਅਸੀਂ ਅੱਜ ਆਈਲੈਟਸ ਕਰਕੇ ਬਾਹਰ ਜਾਣਾ ਆ, ਅਸੀਂ ਸਪੋਰਟਸ ਕੋਟੇ ਵਿੱਚ ਅੱਗੇ ਆ ਸਕਦੇ ਹਾਂ, ਅਸੀਂ ਕਿੰਨੇ ਹੋਰ ਕੰਮਾਂ ਕਰ ਸਕਦੇ ਹਾਂ ਬਾਹਰ ਜਾਣ ਨਾਲੋਂ। ਜੋ ਤੁਸੀਂ ਗਰਾਊਂਡ ਤੇ ਸੇਵਾ ਲਈ ਉਤਰੇ ਜੀ, ਗਲੀ ਗਲੀ ਜਦੋਂ ਘੁੰਮੇ ਤੁਸੀਂ, ਉਦੋਂ ਲੋਕਾਂ ਨੇ ਪਹਿਚਾਣਿਆ ਤਾਂ ਹੋਊਗਾ ਕਿ ਹਾਂਜੀ ਬਲਕਿ ਇਹਨਾਂ ਦੇ ਫਾਦਰ ਸਾਹਿਬ ਵੀ ਪਹਿਲਾਂ ਸੇਵਾਵਾਂ ਨਿਭਾਉਂਦੇ ਸੀਗੇ, ਲੋਕ ਸੇਵਾ ਕਰਦੇ ਸੀ, ਹੁਣ ਉਹਨਾਂ ਦੀ ਧੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ। ਹਾਂਜੀ, ਇਹ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਬਿਕਾਜ਼ ਆਫਟਰ 30 ਇਅਰਸ ਜਦੋਂ ਮੇਰੇ ਡੈਡ ਸੀਗੇ, ਉਦੋਂ ਮੈਂ ਸਿਰਫ 16 ਦਿਨ ਦੀ ਸੀਗੀ ਜਦੋਂ ਮੇਰੇ ਡੈਡ ਦੀ ਡੈਥ ਹੋ ਗਈ ਸੀਗੀ, ਔਰ 30 ਸਾਲਾਂ ਬਾਅਦ ਵੀ ਮੈਂ ਉਸ ਪਿੰਡਾਂ ਦੇ ਵਿੱਚ ਜਾ ਰਹੀ ਸੀਗੀ ਜਿੱਥੇ ਡੈਡ ਇਲੈਕਸ਼ਨ ਲੜਦੇ ਸੀਗੇ। ਅੱਜ ਵੀ ਉਸ ਪਿੰਡਾਂ ਦੇ ਜਿਹੜੇ ਸਰਪੰਚ ਬਜ਼ੁਰਗ ਮੈਨੂੰ ਇੰਨੀ ਰਿਸਪੈਕਟ ਦੇ ਰਹੇ ਸੀਗੇ, ਘਰ ਆ ਕੇ ਬੁਲਾ ਕੇ ਕਹਿ ਰਹੇ ਸੀਗੇ ਕਿ ਚਾਹ ਪੀਓ, ਚਾਹ ਪੀਤੇ ਬਗੈਰ ਨਹੀਂ ਤੁਸੀਂ ਜਾਣਾ। ਮਤਲਬ ਆਈ ਵਾਸ ਫੀਲਿੰਗ ਵੈਰੀ ਕੰਪਲੀਟ ਦੈਟ ਮੂਮੈਂਟ ਆਫ ਟਾਈਮ ਐਂਡ ਮੈਨੂੰ ਲੱਗਦਾ ਕਿ ਹਾਏ ਮੈਂ ਕਿੰਨੀ ਲੱਕੀ ਆ ਕਿ ਮੇਰੇ ਡੈਡ ਦੇ ਘਰ ਮੈਂ ਪੈਦਾ ਹੋਈ ਹਾਂ। ਸੋਨੀਆ ਜੀ, ਫਾਦਰ ਸਾਹਿਬ ਜਦੋਂ ਤੁਸੀਂ 16 ਦਿਨ ਦੇ ਸੀਗੇ ਉਦੋਂ ਤੁਹਾਨੂੰ ਛੱਡ ਕੇ ਚਲੇ ਗਏ ਜੀ। ਜੀ ਮਲਾਲ ਹੁੰਦਾ ਹੋਣਾ ਜੀ, ਜਦੋਂ ਤੁਸੀਂ ਹੌਲੀ ਹੌਲੀ ਵੱਡੇ ਹੋਏ, ਬੱਚੇ ਨੂੰ ਅਹਿਸਾਸ ਹੁੰਦਾ, ਠੀਕ ਹੈ ਨਾ ਜੀ, ਸਕੂਲ 'ਚ ਜਾਂਦਾ ਹੈ, ਬਾਕੀ ਬੱਚੇ ਆਪਣੇ ਮਾਪਿਆਂ ਨਾਲ ਹੁੰਦੇ ਆ ਜੀ, ਮਾਂ ਪਿਓ ਨਾਲ ਹੁੰਦੇ ਆ, ਤੁਸੀਂ ਜਦੋਂ ਇਕੱਲੇ ਬੈਠਦੇ ਸੀ ਤੁਹਾਨੂੰ ਇਹ ਚੀਜ਼ ਤਾਂ ਖਾਂਦੀ ਜ਼ਰੂਰ ਹੋਣੀ ਹੈ ਜੀ। ਹਾਂਜੀ, ਕਮੀ ਹਮੇਸ਼ਾ ਸਤਾਉਂਦੀ ਹੋਣੀ ਹੈ ਜੀ। ਕਮੀ ਹਮੇਸ਼ਾ ਤੋਂ ਲੱਗਦੀ ਸੀਗੀ ਬਿਕਾਜ਼ ਬਚਪਨ ਤੋਂ ਪਹਿਲੋਂ ਤੇ ਮੈਨੂੰ ਪਤਾ ਨਹੀਂ ਸੀਗਾ ਕਿ ਮੇਰੇ ਡੈਡ ਦੀ ਡੈਥ ਹੋ ਗਈ। ਅੱਛਾ। ਮੈਂ ਜਦੋਂ ਛੋਟੀ ਸੀਗੀ, ਮੈਨੂੰ 2.5 ਸਾਲਾਂ ਦੀ ਨੂੰ ਮੇਰੇ ਮਾਮ ਨੇ ਹੋਸਟਲ ਦੇ ਵਿੱਚ ਪਾਤਾ ਸੀਗਾ। 2.5 ਸਾਲਾਂ ਦੇ ਜੀ, ਸੇਂਟ ਫਰਾਂਸਿਸ ਅੰਮ੍ਰਿਤਸਰ ਦੇ ਵਿੱਚ ਹੋਸਟਲ ਸੀਗਾ, ਉੱਥੇ ਪਾਤਾ ਸੀਗਾ ਕਿਉਂਕਿ ਪਿੰਡਾਂ, ਮੰਮੀ ਪਿੰਡ ਰਹਿੰਦੇ ਸੀਗੇ ਤੇ ਪਿੰਡੋਂ ਇਹੋ ਜਿਹਾ ਕੋਈ ਰੋਜ਼ਗਾਰ ਕੁਛ ਸੀਗਾ ਨਹੀਂ ਕਿ ਸ਼ਹਿਰ ਦੇ ਵਿੱਚ ਆ ਕੇ ਪੜ੍ਹਨ ਵਾਸਤੇ ਚੰਗੇ ਸਕੂਲ 'ਚ ਪਾਇਆ ਜਾਵੇ, ਹੈ ਨਾ। ਤੇ ਮੈਂ ਉੱਥੇ ਹੋਸਟਲ ਦੇ ਵਿੱਚ ਰਹੀ, ਉੱਥੇ ਕਾਫੀ ਸਾਰੀਆਂ ਚੀਜ਼ਾਂ, ਰਿਸਪੌਂਸਿਬਿਲਿਟੀ ਸਿੱਖ ਲਈ। ਕੁਝ ਯਾਦ ਹੈ ਤੁਹਾਨੂੰ ਜਦੋਂ ਤੁਸੀਂ 2.5 ਸਾਲਾਂ ਦੇ ਸੀਗੇ, ਸਕੂਲ ਦੇ ਵਿੱਚ ਗਏ, ਉਹੋ ਜਿਹਾ ਕੋਈ ਕਿੱਸਾ? ਮੈਨੂੰ ਯਾਦ ਆ, ਮੈਂ ਬੈਡਸ ਹੁੰਦੇ ਸੀਗੇ ਉੱਪਰ ਥੱਲੇ ਕਰਕੇ, ਔਰ ਮਤਲਬ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਵਾਸ਼ਰੂਮ ਬਾਹਰ ਜਾਣਾ ਆ, ਛੋਟੇ ਜਿਹੇ ਬੱਚੇ ਨੂੰ ਹਰ ਇੱਕ ਚੀਜ਼ ਦੀ ਰਿਸਪੌਂਸਿਬਿਲਿਟੀ ਹੁੰਦੀ ਸੀ। 2.5 ਸਾਲਾਂ ਦੇ ਬੱਚੇ ਨੂੰ ਤਾਂ ਆਪਾਂ ਇਕੱਲਾ ਨਹੀਂ ਛੱਡਦੇ ਅੱਜ ਕੱਲ੍ਹ ਜੀ। ਐਂਡ ਮੈਂ ਉਹ ਛੋਟੀ ਏਜ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨਿਭਾਈਆਂ, ਔਰ ਫਿਰ ਮੇਰੇ ਪਾਪਾ ਦੇ, ਮੇਰੇ ਤਾਇਆ ਜੀ ਆਪਣੇ ਘਰੇ ਲੈ ਗਏ ਸੀਗੇ, ਔਰ ਉਹਨਾਂ ਨੇ ਮੈਨੂੰ, ਮਤਲਬ ਮੈਂ ਸਕੂਲ ਚੇਂਜ ਕੀਤਾ, ਮੈਨੂੰ ਸੈਕਰਡ ਹਾਰਟ ਪਾਇਆ, ਉਹਨਾਂ ਨੇ ਆਪਣੇ ਘਰੇ ਰੱਖਿਆ। ਬਟ ਮੈਨੂੰ ਲੱਗਦਾ ਕਿ ਮੋਸਟ ਆਫ ਦ ਟਾਈਮ ਮੇਰਾ ਜ਼ਿਆਦਾ ਟਾਈਮ ਮੇਰੇ ਮੰਮਾ ਤੋਂ ਦੂਰ ਹੀ ਰਿਹਾ ਆ, ਮੰਮਾ ਪਾਪਾ ਤੋਂ। ਮਤਲਬ ਮੇਰੀ ਸਾਰੀ ਜ਼ਿੰਦਗੀ ਐਕਚੁਅਲੀ ਇਕੱਲਿਆਂ ਹੀ ਬੀਤੀ ਆ ਬਿਕਾਜ਼ ਮੰਮਾ ਪਿੰਡ ਰਹਿੰਦੇ ਸੀਗੇ, ਮੈਂ ਸ਼ਹਿਰ ਰਹਿੰਦੀ ਸੀਗੀ। ਸੈਟਰਡੇ ਸੰਡੇ ਜੇ ਕਿਤੇ ਹੋਣਾ, ਛੁੱਟੀ ਹੋਣੀ ਤੇ ਮੈਂ ਪਿੰਡ ਚਲੇ ਜਾਣਾ, ਫਿਰ ਬਸ। ਹੁਣ ਜਿਵੇਂ ਬਾਹਰ ਤੁਸੀਂ ਘਰ ਤੋਂ ਦੂਰ ਹੀ ਰਹਿੰਦੇ ਹੋਵੋਗੇ, ਸ਼ੂਟਿੰਗਸ, ਹੈ ਨਾ, ਉਹ ਹੁਣ ਕਮੀ ਆਉਂਦੀ ਹੈ ਕਿ ਮੰਮੀ ਦੀ ਯਾਦ ਸਤਾਉਂਦੀ ਹੈ ਜੀ, ਕਿ ਹੁਣ ਜਿਹੜਾ ਸ਼ੁਰੂ ਤੋਂ ਹੀ ਦੂਰ ਰਹੇ ਸੀਗੇ ਉਹਨਾਂ ਫਰਕ ਮਹਿਸੂਸ ਨਹੀਂ ਹੁੰਦਾ, ਦੂਰੀ ਮਹਿਸੂਸ ਨਹੀਂ ਹੁੰਦੀ? ਨਹੀਂ ਹੁੰਦਾ ਆ ਮੈਨੂੰ, ਮਤਲਬ ਮੈਂ ਬਾਹਰ ਰਹਿੰਦੀ ਆ, ਮਤਲਬ ਮੈਂ ਬੰਬੇ ਜਿਵੇਂ ਕੰਮ ਵਾਸਤੇ ਮੈਨੂੰ ਉੱਥੇ ਹੀ ਰਹਿਣਾ ਪੈਂਦਾ ਆ, ਬਟ ਮੇਰੇ ਮਾਮ ਨੂੰ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਸੀਂ ਮੇਰੇ ਨਾਲ ਟਰੈਵਲ ਕਰੋ, ਮੇਰੇ ਨਾਲ ਜਾਓ। ਬਟ ਹਾਂ, ਉਹਨਾਂ ਨੇ ਮੈਨੂੰ ਕਦੀ ਇਕੱਲਿਆਂ ਨਹੀਂ ਛੱਡਿਆ, ਮਤਲਬ ਮੇਰੇ ਨਾਲ ਕਦੀ ਜਾਂ ਮੇਰਾ ਨੈਫਿਊ ਹੁੰਦਾ ਆ, ਜਾਂ ਮੇਰੀ ਮਾਸੀ ਦੀ ਬੇਟੀ ਆ, ਜਾਂ ਮੇਰੇ ਮਾਸੀ ਆ, ਜਾਂ ਮੇਰੀ ਕੋਈ ਕਜ਼ਨ, ਮੇਰੇ ਕੋਈ ਨਾ ਕੋਈ ਮੇਰੇ ਨਾਲ ਹਮੇਸ਼ਾ ਟਰੈਵਲ ਕਰਦਾ ਆ, ਜਾਂ ਮੇਰੇ ਨਾਲ ਕੋਈ ਨਾ ਕੋਈ ਹਮੇਸ਼ਾ ਰਹਿੰਦਾ ਆ। ਮੰਮਾ ਆਉਂਦੇ ਆ ਥੋੜ੍ਹੇ ਟਾਈਮ ਵਾਸਤੇ ਬਟ ਵਾਪਸ ਚਲ ਜਾਂਦੇ ਆ। ਉਹਨਾਂ ਦੀਆਂ ਕੁਛ ਯਾਦਾਂ ਬਹੁਤ ਇਮੋਸ਼ਨਲੀ ਅਟੈਚਡ ਨੇ ਪਾਪਾ ਦੇ ਨਾਲ, ਉਸ ਘਰ ਦੇ ਨਾਲ ਜਿੱਥੇ ਉਹ ਆਏ ਸੀਗੇ ਵਿਆਹ ਕੇ। ਸੋ ਉਹਨਾਂ ਨੂੰ ਉੱਥੇ ਹੀ ਰਹਿਣਾ ਚੰਗਾ ਲੱਗਦਾ ਆ, ਔਰ ਉਹਨਾਂ ਨੂੰ ਲੱਗਦਾ ਕਿ ਮੈਂ ਇੱਥੇ ਹੀ ਰਹੂੰਗੀ ਔਰ ਮੈਂ ਇੱਥੋਂ ਹੀ ਜਾਊਂਗੀ। ਹੁਣ ਤੁਸੀਂ ਫਾਦਰ ਸਾਹਿਬ ਵਾਲੇ ਕਦਮਾਂ ਤੇ ਚੱਲੇ ਹੋ ਜੀ, ਜਿਵੇਂ ਤੁਸੀਂ ਕਿਹਾ ਕਿ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਦੀ ਵਾਈਫ ਇਹੋ ਜਿਹੀ ਮਿਲੀ, ਲਾਈਫ ਪਾਰਟਨਰ ਇਹੋ ਜਿਹਾ ਮਿਲਿਆ ਕਿ ਪੂਰਾ ਸਹਿਯੋਗ ਨਿਭਾਇਆ। ਤੁਹਾਡਾ ਵਿਆਹ ਬਾਰੇ ਕੀ ਖਿਆਲ ਹੈ ਜੀ? ਵਿਆਹ ਬਾਰੇ ਮੈਂ ਵੀ ਇਹੀ ਚਾਹੁੰਦੀ ਹਾਂ ਕਿ ਮੈਨੂੰ ਲਾਈਫ ਪਾਰਟਨਰ ਇਹੋ ਜਿਹਾ ਮਿਲੇ ਜੋ ਮੇਰੇ ਡੈਡ ਵਰਗਾ ਹੋਵੇ, ਔਰ ਲੋਕਾਂ ਦੀ ਹੱਕਾਂ ਵਾਸਤੇ ਲੜੇ, ਔਰ ਇਮਾਨਦਾਰ ਹੋਵੇ, ਚੰਗਾ ਇਨਸਾਨ ਹੋਵੇ, ਚੰਗੀ ਸੋਚ ਦਾ ਮਾਲਕ ਹੋਵੇ, ਮੈਨੂੰ ਸਮਝੇ ਔਰ ਮੈਂ ਉਹਨੂੰ ਸਮਝਾਂ, ਔਰ ਅਸੀਂ ਇਸੇ ਤਰੀਕੇ ਦੇ ਨਾਲ ਲੋਕ ਸੇਵਾ ਕਰੀਏ ਔਰ ਸਾਰਾ ਕੁਝ ਵਧੀਆ ਕਰੀਏ। ਮਦਰ ਦਾ ਤੁਸੀਂ ਰੋਲ ਕਿਵੇਂ ਸਮਝਦੇ ਹੋ? ਫਾਦਰ ਹੁੰਦੇ ਸਟ੍ਰਿਕਟ ਹੁੰਦੇ ਹੈਗੇ ਜੀ, ਆਪਣੇ ਬੱਚੇ ਨੂੰ ਢਾਲ ਦਿਆ ਕਿ ਨਹੀਂ ਤੂੰ ਇਦਾਂ ਕਰਨਾ, ਤੂੰ ਇਦਾਂ ਕਰਨਾ, ਮਤਲਬ ਕਿ ਉਹਦੀ ਪਰਵਰਿਸ਼ ਦੇ ਲਈ ਮਦਰ ਨੇ ਕਿਵੇਂ ਰੋਲ ਨਿਭਾਇਆ ਪਿਤਾ ਦਾ? ਮਦਰ ਨੇ, ਮੇਰੇ ਮੰਮਾ ਨੇ ਬਹੁਤ ਵਧੀਆ ਰੋਲ ਨਿਭਾਇਆ। ਲਾਈਕ
ਪਿਤਾ ਦਾ ਵੀ ਮਾਤਾ ਦਾ ਵੀ ਉਹ ਇਸ ਤਰ੍ਹਾਂ ਕਿ ਮੇਰੇ ਮਦਰ ਨੇ ਛੋਟੇ ਹੁੰਦਿਆਂ ਤੋਂ ਹੀ ਮੈਨੂੰ ਮੇਰੇ ਡੈਡ ਦੀ ਲੈਟਰ ਬਾਰ-ਬਾਰ ਪੜ੍ਹਾਉਂਦੇ ਰਹਿਣਾ ਔਰ ਦੱਸਦੇ ਰਹਿਣਾ ਕਿ ਲਾਈਕ ਇਹ ਕੁਝ ਚੀਜ਼ਾਂ ਆ ਤੇਰੇ ਪਾਪਾ ਨੇ ਤੇਰੇ ਵਾਸਤੇ ਲਿਖੀਆਂ ਆ ਜਿਹੜੀਆਂ ਤੂੰ ਪੂਰੀਆਂ ਕਰਨੀਆਂ ਆ ਕਿਉਂਕਿ ਐਸ ਸੱਚ ਇੱਕ ਔਮਨ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਵੀ ਇੰਨੀ ਛੋਟੀ ਏਜ ਦੇ ਵਿੱਚ ਜਦੋਂ ਮੇਰੇ ਡੈਡ ਦੀ ਡੈਥ ਹੋ ਗਈ 2 ਸਾਲ ਦਾ ਵਿਆਹ ਸੀਗਾ ਔਰ ਇੱਕ ਛੋਟੀ ਜੀ ਬੱਚੀ ਨੂੰ ਨਾਲ ਲੈ ਕੇ ਚੱਲਣਾ ਔਰ ਦੂਜਾ ਵਿਆਹ ਨਹੀਂ ਕਰਾਉਣਾ ਉਹਦੇ ਵਾਸਤੇ ਸਾਰੀ ਜ਼ਿੰਦਗੀ ਸੈਕਰੀਫਾਈਸ ਕਰ ਦੇਣੀ ਸੋ ਬਹੁਤ ਸਾਰੀਆਂ ਐਕਸਪੈਕਟੇਸ਼ਨ ਸੀਗੀਆਂ ਉਹਨਾਂ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਦਾ ਬਰਡਨ ਸੀਗਾ ਕਿ ਕਿਤੇ ਮਤਲਬ ਜਿਹੜੀ ਚੀਜ਼ ਮੈਂ ਇਹਨੂੰ ਸਿਖਾਉਣਾ ਚਾਹ ਰਹੀ ਹਾਂ ਉਸ ਤੋਂ ਬਾਹਰ ਨਾ ਜਾਵੇ ਉਹਨਾਂ ਨੇ ਹਮੇਸ਼ਾ ਮੇਰੇ ਵਾਸਤੇ ਬਹੁਤ ਓਵਰ ਪੋਜ਼ੈਸਿਵ ਰਹੇ ਨੇ ਮੇਰੇ ਫਰੈਂਡਸ ਕਿਹੜੇ ਬਣਨੇ ਚਾਹੀਦੇ ਆ ਕਿਹੜੇ ਨਹੀਂ ਬਣਨੇ ਚਾਹੀਦੇ ਕਿੰਨਾਂ ਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਹੈ ਕਿੰਨਾ ਨਹੀਂ ਗੱਲ ਕਰਨੀ ਚਾਹੀਦੀ ਉਸ ਵਾਸਤੇ ਵੀ ਇੰਨੇ ਓਵਰ ਪੋਜ਼ੈਸਿਵ ਸੀਗੇ ਮੇਰੇ ਮੰਮਾ ਬਟ ਆਈ ਬਿਲੀਵ ਕਿ ਮੈਂ ਉਹ ਅੰਡਰਸਟੈਂਡ ਕਰਦੀ ਹਾਂ ਜਦੋਂ ਇੱਕ ਔਰਤ ਜਦੋਂ ਮੈਂ ਮਾਂ ਬਣੂੰਗੀ ਮੈਂ ਵੀ ਇਹੀ ਸੋਚੂੰਗੀ ਕਿ ਇੱਕ ਬੱਚੇ ਦੀ ਪ੍ਰੋਟੈਕਸ਼ਨ ਹੁੰਦੀ ਆ ਸੋ ਇਟਸ ਆਈ ਐਕਚੁਅਲੀ ਰੀਅਲੀ ਪ੍ਰਾਊਡ ਔਨ ਮਾਈ ਮਮ ਸੋਨੀਆ ਜੀ ਅਕਸਰ ਤੁਹਾਡੀਆਂ ਪੋਸਟ ਦੇ ਵਿੱਚ ਵੇਖਿਆ ਹੈਗਾ ਜਦੋਂ ਵੀ ਤੁਸੀਂ ਸ਼ਾਇਦ ਡਿਪਰੈਸਡ ਹੁੰਦੇ ਹੋ ਉਦਾਸ ਹੁੰਦੇ ਹੋ ਜਾਂ ਕਿਸੇ ਚੀਜ਼ੋਂ ਨਿਰਾਸ਼ ਹੁੰਦੇ ਹੋ ਤਾਂ ਉਦੋਂ ਤੁਸੀਂ ਨਕੋਦਰ ਵਾਲੇ ਡੇਰੇ ਦੇ ਜਿਹੜੇ ਸਾਈਂ ਰਹੇ ਆ ਜੀ ਉਹਨਾਂ ਨੂੰ ਅਕਸਰ ਯਾਦ ਕਰਦੇ ਹੋ ਮੈਂ ਜਾਣਨਾ ਚਾਹੂੰਗਾ ਕਿ ਉਸ ਡੇਰੇ ਨਾਲ ਜੁੜਨ ਦੀ ਕੀ ਕਹਾਣੀ ਹੈ ਜੀ ਤੁਹਾਡਾ ਉਹਨਾਂ ਵਿਸ਼ਵਾਸ ਕਿਵੇਂ ਬਣਿਆ ਜੀ ਸਾਈਂ ਜੀ ਦੇ ਦਰਬਾਰ ਦੇ ਵਿੱਚ ਮੈਂ ਸਾਈਂ ਜੀ ਮੇਰੇ ਮੁਰਸ਼ਦ ਆ ਮੇਰੇ ਪੀਰ ਆ ਮੇਰੇ ਪਿਤਾ ਮੈਂ ਕਹਿ ਸਕਦੀ ਹਾਂ ਸਾਈਂ ਜੀ ਦੇ ਦਰਬਾਰ ਮੈਂ ਪਹਿਲੀ ਵਾਰੀ ਗਈ ਸੀਗੀ ਜਦੋਂ ਮੈਂ ਜਲੰਧਰ 'ਚ ਸ਼ੂਟਿੰਗ ਕਰ ਰਹੀ ਸੀਗੀ ਤੀਜੇ ਵੀਕ ਇੱਕ Song ਮੇਰਾ ਜਾਰਡਨ ਸੰਧੂ ਦੇ ਨਾਲ ਕਾਫੀ ਹਿੱਟ ਹੋਇਆ ਸੀਗਾ ਉਹ ਸ਼ੂਟਿੰਗ ਤੋਂ ਪਹਿਲਾਂ ਮੈਂ ਸਾਈਂ ਜੀ ਦੇ ਦਰਬਾਰ 'ਚ ਗਈ ਸੀਗੀ ਮੇਰੀ ਫਰੈਂਡ ਨੇ ਜਸ਼ਨ ਇੱਕ ਸਿੰਗਰ ਨੇ ਪਹਿਲੀ ਵਾਰ ਉਦੋਂ ਨਕੋਦਰ ਗਈ ਸੀ ਤੁਸੀਂ ਹਾਂਜੀ ਪਹਿਲੀ ਵਾਰ ਉਦੋਂ ਨਕੋਦਰ ਗਈ ਸੀਗੀ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਸਾਈਂ ਜੀ ਦੇ ਦਰਬਾਰ ਜਾਓ ਠੀਕ ਹੈ ਜੀ ਤੇ ਮੱਥਾ ਟੇਕ ਕੇ ਆਓ ਮੈਂ ਗਈ ਔਰ ਮੈਂ ਬਚਪਨਾ ਹੀ ਸੀਗਾ ਜਿਵੇਂ ਤੁਹਾਨੂੰ ਸਾਈਂ ਜੀ ਦਰਬਾਰ ਠੀਕ ਹੈ ਇੱਕ ਤੁਸੀਂ ਰਿਲੀਜੀਅਸ ਪਲੇਸ ਨੂੰ ਵਿਜ਼ਿਟ ਕਰਦੇ ਹੋ ਤੁਸੀਂ ਉੱਥੇ ਜਾ ਕੇ ਮੰਗਦੇ ਹੋ ਹੈਨਾ ਮੈਂ ਗਈ ਉੱਥੇ ਜਾ ਕੇ ਮੈਂ ਗੱਲ ਕੀਤੀ ਮੈਂ ਦੁਆ ਮੰਗੀ ਮੈਂ ਕਿ ਸਾਈਂ ਜੀ ਮੇਰਾ ਗਾਣਾ ਮੈਂ ਇੱਥੇ ਸ਼ੂਟ ਕਰਨ ਆਈ ਹਾਂ ਜਲੰਧਰ ਉਹਦੇ ਹਿੱਟ ਬਾਰੇ ਤੇ ਉਹ 100 ਮਿਲੀਅਨ ਹਿੱਟ ਹੋ ਜੇ ਇੱਕ ਬੱਚਿਆਂ ਵਾਲੀ ਇੱਕ ਜਿਹੜੀ ਤੁਸੀਂ ਇੱਕ ਮੰਗ ਲੈਂਦੇ ਹੋ ਹੈਨਾ ਮੰਗ ਕੇ ਆ ਗਈ ਮੈਂ ਅੱਛਾ ਜੀ ਜੀ ਉਹ ਗਾਣਾ ਤੁਸੀਂ ਦੇਖਿਆ ਹੀ ਆ ਤੀਜੇ ਵੀਕ 200 ਮਿਲੀਅਨ ਅੱਜ ਵੀ ਡੀਜੇ ਤੇ ਵੱਜਦਾ ਜੀ 200 ਮਿਲੀਅਨ ਤੋਂ ਵੀ ਉੱਤੇ ਗਿਆ ਇਹ ਕੋਈ ਲਾਲਚ ਨਹੀਂ ਆ ਮੇਰਾ ਸਾਈਂ ਜੀ ਦੇ ਦਰਬਾਰ ਤੇ ਮਤਲਬ ਪਹਿਲੀ ਵਾਰੀ ਗਈ ਸੀਗੀ ਉਦੋਂ ਇੱਕ ਲਾਲਚ ਸੀਗਾ ਕਿ ਹਾਂ ਮੈਂ ਦਰਬਾਰ ਮੈਨੂੰ ਮੇਰੇ ਫਰੈਂਡ ਨੇ ਕਿਹਾ ਮੈਂ ਮੰਗਿਆ ਕੁਛ ਤੇ ਮੇਰੀ ਉਹ ਮੰਗ ਕਿੱਥੇ ਗਈ ਜੀ ਐਵੇਂ ਮਤਲਬ ਹੌਲੀ ਮੈਂ ਜਾਂਦੀ ਦਰਬਾਰ ਤੇ ਔਰ ਮੇਰਾ ਪਿਆਰ ਵੱਧਦਾ ਗਿਆ ਉਸ ਦਰਬਾਰ ਦੇ ਨਾਲ ਮੈਂ ਉੱਥੇ ਜਾਂਦੀ ਸੀਗੀ ਮੈਨੂੰ ਇੰਨੀ ਜ਼ਿਆਦਾ ਸੰਤੁਸ਼ਟੀ ਮਿਲਦੀ ਸੀਗੀ ਮੈਨੂੰ ਮੈਂ ਅੱਜ ਸੋਚਦੀ ਹਾਂ ਕਿ ਮੈਂ ਦਰਬਾਰ ਜਾ ਕੇ ਕੁਝ ਮੰਗੂੰਗੀ ਬਟ ਮੈਂ ਬਲੈਂਕ ਹੋ ਜਾਂਦੀ ਹਾਂ ਮੈਂ ਕੁਝ ਮੰਗ ਨਹੀਂ ਪਾਉਂਦੀ ਮਤਲਬ ਮੇਰਾ ਦਿਮਾਗ ਸੁੰਨ ਹੋ ਜਾਂਦਾ ਆ ਔਰ ਮੇਰੀ ਅੱਖਾਂ ਦੇ ਵਿੱਚੋਂ ਐਵੇਂ ਅਥਰੂ ਆਉਂਦੇ ਜਿਵੇਂ ਇੱਕ ਵਿਰਾਗ ਦੇ ਅਥਰੂ ਹੁੰਦੇ ਆ ਸੋ ਮੇਰੀ ਇੱਕ ਕਨੈਕਟੀਵਿਟੀ ਬਣ ਗਈ ਉੱਥੇ ਜਾਂਦੇ ਸਾਈਂ ਜੀ ਦੇ ਕਮਰੇ 'ਚ ਜਾ ਕੇ ਔਰ ਮੈਂ ਉਹਨਾਂ ਨੂੰ ਹਮੇਸ਼ਾ ਲਾਈਕ ਉਹਨਾਂ ਦੇ ਨਾ ਇੱਕ ਕੋਇਨਸੀਡੈਂਟ ਇਹ ਨਿਕਲਿਆ ਕਿ ਮੇਰੇ ਡੈਡ ਦੀ ਡੈਥ 26 ਸੈਪਟੈਂਬਰ ਨੂੰ ਹੋਈ ਔਰ ਸਾਈਂ ਜੀ ਦਾ ਬਰਥਡੇ 26 ਸੈਪਟੈਂਬਰ ਨੂੰ ਹੁੰਦਾ ਆ ਅੱਛਾ ਜੀ ਸੋ ਮੈਂ ਉਸ ਚੀਜ਼ ਨੂੰ ਬਹੁਤ ਰਿਲੇਟ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਔਰ ਮੈਂ ਹਮੇਸ਼ਾ ਜਦੋਂ ਉਹਨਾਂ ਨੂੰ ਯਾਦ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਮੈਂ ਕਿਸੇ ਵੀ ਬੈਡ ਸਿਚੁਏਸ਼ਨ 'ਚ ਹੋਵਾਂ ਜਾਂ ਜਿੱਥੇ ਮੈਂ ਇਕੱਲਾ ਮਹਿਸੂਸ ਕਰ ਰਹੀ ਹੋਵਾਂ ਉਹਨਾਂ ਨੇ ਹਮੇਸ਼ਾ ਮੈਨੂੰ ਹਾਜ਼ਰੀ ਦੇ ਕੇ ਮਤਲਬ ਮੈਂ ਕਹਿੰਦੀ ਹਾਂ ਕਿ ਮੇਰੇ ਨਾਲ ਇੱਕ ਮੈਨੂੰ ਐਂ ਲੱਗਦਾ ਕਿ ਹਾਂ ਮੈਂ ਜਿਵੇਂ ਮੈਂ ਸਵੇਰੇ ਉੱਠ ਕੇ ਮੇਰੀ ਇੱਕ ਰੂਟੀਨ ਆ ਹਨਾ ਵੀ ਮੈਂ ਸਵੇਰੇ ਉੱਠ ਕੇ ਆਪਣਾ ਨਹਾ ਕੇ ਪਾਠ ਕਰਕੇ ਧੂਫ ਅਗਰਬੱਤੀ ਕਰਦੀ ਹਾਂ ਉਹਨਾਂ ਦੀ ਤੇ ਫਿਰ ਮੈਂ ਉੱਠਦੀ ਹਾਂ ਜਦੋਂ ਮੈਨੂੰ ਕੋਈ ਦੁੱਖ ਤਕਲੀਫ ਹੁੰਦਾ ਮੈਂ ਉਹਨਾਂ ਦੀ ਹਮੇਸ਼ਾ ਗੋਦ ਦੇ ਵਿੱਚ ਐਂ ਲੱਗਦਾ ਵੀ ਮੈਂ ਸਿਰ ਰੱਖਦੀ ਹਾਂ ਤੇ ਮੈਨੂੰ ਬੜਾ ਨਿੱਘ ਮਹਿਸੂਸ ਹੁੰਦਾ ਆ ਕਿ ਹਾਂ ਉਹ ਹੈਗੇ ਆ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਸਿਰ ਦੇ ਉੱਤੇ ਮੇਰੀਆਂ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਨੇ ਮਦਰ ਵੀ ਤੁਹਾਡੇ ਨਾਲ ਜਾਂਦੇ ਨੇ ਕਿ ਤੁਸੀਂ ਇਕੱਲੇ ਹੀ ਜਾਂਦੇ ਹੋ ਜੀ ਨਹੀਂ ਮੰਮਾ ਵੀ ਜਾਂਦੇ ਨੇ ਦੋਵਾਂ ਦਾ ਉੱਥੇ ਮਾਨਤਾ ਹੈਗੀ ਹਾਂ ਮੰਮਾ ਵੀ ਬਹੁਤ ਪਿਆਰ ਕਰਦੇ ਆ ਸਾਈਂ ਜੀ ਨੂੰ ਮਤਲਬ ਸਾਈਂ ਜੀ ਸਾਡੇ ਵਾਸਤੇ ਲਾਈਕ ਸਭ ਕੁਝ ਨੇ ਸਾਡੇ ਮੁਰਸ਼ਦ ਪੀਰ ਨੇ ਸੋਨੀਆ ਜੀ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਪੁਰਾਣੇ ਜੁੜੇ ਹੋ ਜੀ ਮਤਲਬ ਕਿ ਜਦੋਂ ਮਾਫ ਕਰਨਾ ਹਰਭਜਨ ਮਾਨ ਜੀ ਹੋਰੀ ਜਦੋਂ ਫਿਲਮਾਂ ਲੈ ਕੇ ਆਏ ਸੀਗੇ ਜੀ ਤੁਸੀਂ ਉਹ ਤੋਂ ਉਹਨਾਂ ਨਾਲ ਐਕਟ ਕਰ ਰਹੇ ਹੋ ਠੀਕ ਹੈ ਜੀ ਉਹ ਤੋਂ ਲੈ ਕੇ ਹੁਣ ਤੱਕ ਬੜਾ ਸਮਾਂ ਬੀਤਿਆ ਜੀ ਬੜੀ ਇੰਡਸਟਰੀ ਚੇਂਜ ਹੋਈ ਉਦੋਂ ਦੀ ਇੰਡਸਟਰੀ ਤੇ ਹੁਣ ਦੀ ਇੰਡਸਟਰੀ ਨੂੰ ਤੁਸੀਂ ਕੀ ਵੇਖਦੇ ਹੋ ਜੀ ਕੀ ਫਰਕ ਸਮਝਦੇ ਹੋ ਚੰਗੀਆਂ ਤੇ ਬੁਰਾਈਆਂ ਕੀ ਦੇਖਦੇ ਹੋ ਹੁਣ ਇੰਡਸਟਰੀ ਨੇ ਕਾਫੀ ਡਿਵੈਲਪਮੈਂਟ ਹੋ ਗਈ ਇੰਡਸਟਰੀ ਦੇ ਵਿੱਚ
ਬਟ ਉਦੋਂ ਇੱਕ ਉਮੀਦ, ਉਦੋਂ ਦੀ ਕਲਚਰਲ ਫਿਲਮਾਂ, ਅੱਜ ਵੀ ਕਲਚਰਲ ਫਿਲਮਾਂ ਬਣਦੀਆਂ, ਇੱਥੇ ਸਗੋਂ ਚੰਗੀ ਗੱਲ ਹੈ, ਤਰੱਕੀ ਹੋਈ ਹੈ ਪੰਜਾਬੀ ਇੰਡਸਟਰੀ ਦੀ। ਬਟ ਆਈ ਬਿਲੀਵ ਕਿ ਉਦੋਂ ਇੱਕ ਚਾਂਸ ਹੁੰਦਾ ਸੀਗਾ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨ ਦਾ। ਤੁਹਾਨੂੰ ਐਂ ਲੱਗਦਾ ਸੀਗਾ ਕਿ ਹਾਂ ਸਾਨੂੰ ਮੌਕਾ ਮਿਲੂਗਾ ਕੰਮ ਕਰਨ ਦਾ, ਬਟ ਕਿਉਂਕਿ ਇੱਕ ਓਪਰਚੁਨਿਟੀਜ਼ ਹੁੰਦੀਆਂ ਸੀਗੀਆਂ। ਉਦੋਂ ਇਹ ਸੀਗਾ ਵੀ ਇੱਕ ਕੋਈ ਨਾ ਕੋਈ ਬਿਊਟੀ ਪੈਜੈਂਟ ਹੋਇਆ ਆ, ਉਹਦੇ ਵਿੱਚ ਕੁੜੀ ਜਿੱਤਦੀ ਆ ਤੇ ਉਹਨੂੰ ਕਹਿੰਦੇ ਸੀਗੇ ਕਿ ਹਰਭਜਨ ਮਾਨ ਦੇ ਗਾਣੇ ਦੇ ਵਿੱਚ ਜਾਂ ਹਰਭਜਨ ਮਾਨ ਦੇ ਨਾਲ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲੂਗਾ। ਫਰੈਸ਼ਰਸ ਨੂੰ ਅੱਗੇ ਲੈ ਕੇ ਆਉਂਦੇ, ਹਾਂਜੀ, ਫਰੈਸ਼ਰਸ ਨੂੰ ਅੱਗੇ ਲੈ ਕੇ ਆਉਂਦੇ ਸੀਗੇ। ਹਰ ਇੱਕ ਨੂੰ ਇੱਕ ਉਮੀਦ ਹੁੰਦੀ ਸੀਗੀ, ਨਹੀਂ ਤੇ ਸਾਡੇ ਵਰਗੇ ਕਿੱਥੇ ਅੱਗੇ ਆ ਪਾਉਂਦੇ। ਮੈਂ ਆਪਣੇ ਵੱਲ ਹੀ ਦੇਖਾਂ, ਆਈ ਬਿਲੋਂਗ ਟੂ ਪੋਲੀਟੀਕਲ ਫੈਮਿਲੀ, ਨਾਟ ਇਨ ਦਿਸ ਫੀਲਡ ਫਿਲਮ ਇੰਡਸਟਰੀ। ਔਰ ਸਾਡੇ ਵਾਸਤੇ ਤੇ ਮੇਰੇ ਵਾਸਤੇ ਖਾਸ ਕਰਕੇ ਬਹੁਤ ਔਖਾ ਸੀਗਾ ਇੱਕ ਇਹੋ ਜਿਹੀ ਫੈਮਿਲੀ ਦੇ ਵਿੱਚੋਂ ਬਾਹਰ ਨਿਕਲ ਕੇ ਆਉਣਾ ਜਿਹੜੀ ਕਿ ਬਹੁਤ ਹੀ ਕਨਜ਼ਰਵੇਟਿਵ ਆ, ਔਰ ਕਦੀ ਘਰੋਂ ਬਾਹਰ ਨਹੀਂ ਜਾਣ ਦੇਣਾ। ਲਾਈਕ ਮੇਰੇ ਬਾਕੀ ਤਾਏ ਚਾਚੇ ਦਾ ਇਹ ਹਿਸਾਬ ਸੀਗਾ, ਮੇਰੇ ਦਾਦੀ ਮਾਂ ਦਾ ਇਹ ਹਿਸਾਬ ਸੀਗਾ, ਬਟ ਮੇਰੇ ਡੈਡ ਤੇ ਓਪਨ ਮਾਈਂਡਡ ਸੀਗੇ, ਬਟ ਉਹ ਸੀਗੇ ਨਹੀਂ। ਸੋ ਇਟਸ ਜਸਟ ਲਾਈਕ ਕਿ ਮੈਨੂੰ ਬਹੁਤ ਔਖ ਹੋਈ ਬਾਹਰ ਨਿਕਲ ਕੇ ਪਹਿਲਾਂ ਤੇ ਇਹ ਕਨਫੈਸ ਕਰਨਾ ਕਿ ਮੈਂ ਐਕਟਰੈਸ ਬਣਨਾ ਆ। ਅੱਛਾ ਜੀ, ਇੱਕ ਬਹੁਤ ਹੀ ਤੁਹਾਨੂੰ ਇਹ ਵੀ ਦੱਸੋ ਕਿ ਕਿਵੇਂ ਮਨਾਇਆ ਸੀਗਾ। ਇੱਕ ਡਿਫਿਕਲਟ ਸਿਨੈਰੀਓ ਹੋ ਜਾਂਦਾ ਤੁਹਾਡੀ ਜ਼ਿੰਦਗੀ 'ਚ ਜਦੋਂ ਤੁਸੀਂ ਇਹ ਜਿਹੇ ਪੋਲੀਟੀਕਲ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੇ ਹੋ ਔਰ ਜੱਟਾਂ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ। ਉਹਨਾਂ ਦੀ ਫੈਮਿਲੀ 'ਚ ਸਿਰਫ ਇਹੀ ਹੁੰਦਾ ਆ ਵੀ ਕੁੜੀ ਨੇ ਪੜ੍ਹ ਲਿਖ ਲਿਆ, ਹੁਣ ਬਸ ਇਹਦਾ ਵਿਆਹ ਕਰ ਦਿੱਤਾ ਜਾਵੇ। ਸੋ ਬੇਸਿਕ ਥਾਟ ਉਹਨਾਂ ਦਾ ਇਹ ਹੁੰਦਾ ਆ। ਸੋ ਉਸ ਫੈਮਿਲੀ ਦੇ ਵਿੱਚੋਂ ਨਿਕਲ ਕੇ ਆ ਕੇ ਉਹ ਵੀ ਕਹਿਣਾ ਵੀ ਮੈਂ ਐਕਟਰੈਸ ਬਣਨਾ ਆ, ਸਾਰੀ ਫੈਮਿਲੀ ਦੇ ਖਿਲਾਫ ਜਾ ਕੇ ਨਿਕਲ ਕੇ ਆਣਾ, ਇਸ ਮੇਰੇ ਲਈ ਬਹੁਤ ਜ਼ਿਆਦਾ ਡਿਫਿਕਲਟ ਐਕਸਪੀਰੀਅੰਸ ਰਿਹਾ ਸੀਗਾ ਜ਼ਿੰਦਗੀ ਦਾ। ਔਰ ਬਹੁਤ ਉਤਾਰ ਚੜਾਵ ਦੇਖੇ ਇਸ ਡਿਊਰਿੰਗ ਦਿਸ ਪੀਰੀਅਡ। ਬਟ ਮੈਂ ਬਿਲੀਵ ਕਰਦੀ ਹਾਂ ਵੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਜਿਹੀਆਂ ਸਾਰੀਆਂ ਚੀਜ਼ਾਂ ਦੇਖਦੇ ਹੋ ਤਾਂ ਕੁਝ ਸਿੱਖਦੇ ਹੋ ਲਾਈਫ ਵਿੱਚ ਅੱਗੇ ਜਾਣ ਵਾਸਤੇ। ਸੋ ਵਧੀਆ ਐਕਸਪੀਰੀਅੰਸ ਰਿਹਾ ਜਿਹੇ ਜਿਹਾ ਵੀ ਰਿਹਾ ਯੂ ਨੋ। ਔਰ ਮੈਂ ਉਦੋਂ ਹੁਣ ਵੀ ਮੈਂ ਸੋਚਦੀ ਹਾਂ ਵੀ ਕਈ ਕੁੜੀਆਂ ਮੇਰੇ ਕੋਲ ਆਉਂਦੀਆਂ, ਜਿਵੇਂ ਮੈਂ ਕਿਤੇ ਵੀ ਚਲ ਜਾ, ਮੈਨੂੰ ਕਹਿੰਦੇ ਮੈਮ ਅਸੀਂ ਵੀ ਐਕਟਰੈਸ ਬਣਨਾ ਆ, ਅਸੀਂ ਗਾਣੇ 'ਚ ਆਉਣਾ, ਅਸੀਂ ਕਿਵੇਂ ਆਈਏ। ਹੁਣ ਮੇਰੇ ਕੋਲ ਉਹਨਾਂ ਨੂੰ ਕੋਈ ਜਵਾਬ ਦੇਣ ਵਾਸਤੇ ਕੋਈ ਆਨਸਰ ਨਹੀਂ ਕਿਵੇਂ ਇੰਡਸਟਰੀ ਦੇ ਵਿੱਚ ਵੜੀ ਉਹਦਾ ਕੋਈ ਜਵਾਬ ਨਹੀਂ ਹੈਗਾ। ਤੁਸੀਂ ਨਵੇਂ ਕਲਾਕਾਰਾਂ ਨਾਲ ਵੀ ਕੰਮ ਕੀਤਾ, ਜੋੜਨ ਸੰਧੂ ਹੋਰਾਂ ਨਾਲ ਕੰਮ ਕੀਤਾ ਤੇ ਤੁਹਾਡਾ ਸਿੱਧੂ ਮੂਸੇਵਾਲੇ ਨਾਲ ਵੀ ਗਾਣਾ ਆਇਆ ਜੀ। ਸਿੱਧੂ ਮੂਸੇਵਾਲਾ ਜਿਹੜਾ ਨਾਮ ਹੈ ਬੜਾ ਵਿਵਾਦਾਂ ਵਾਲਾ ਨਾਮ ਹੈ ਜੀ। ਤੁਸੀਂ ਉਹਨਾਂ ਨਾਲ ਕੰਮ ਕੀਤਾ, ਤੁਹਾਡਾ ਗਾਣਾ ਸੀ ਟੋਚਨਾ, ਹੈ ਨਾ ਜੀ। ਹਾਂਜੀ। ਜਦੋਂ ਉਹਨਾਂ ਨਾਲ ਤੁਸੀਂ ਕੰਮ ਕੀਤਾ, ਉਸ ਸ਼ਖਸ ਨੂੰ ਮਿਲੇ, ਉਸ ਕਰੈਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਦੇ ਨੇ ਉਹ ਇਨਸਾਨ? ਆਈ ਬਿਲੀਵ ਉਹ ਬਹੁਤ ਇਨੋਸੈਂਟ ਨੇ। ਅੱਛਾ, ਤੇ ਇਹ ਜਿਹੜੇ ਵਿਵਾਦ ਉਹਨਾਂ ਨਾਲ ਆ ਕੇ ਜੁੜ ਜਾਂਦੇ ਨੇ, ਇਹ ਕੀ, ਇਹਨੂੰ ਕਿਵੇਂ ਦੇਖਦੇ ਹੋ, ਕਿਉਂ ਜੁੜਦੇ ਨੇ? ਮੈਨੂੰ ਇਹ ਲੱਗਦਾ ਵੀ ਉਹ ਬਹੁਤ ਇਨੋਸੈਂਟ ਨੇ ਔਰ ਉਹ ਲੋਕਾਂ ਦੀਆਂ ਗੱਲਾਂ 'ਚ ਬਹੁਤ ਆਉਂਦੇ ਹੋਣਗੇ, ਜਾਂ ਫਿਰ ਜਿਹੜੇ ਨਾਲ ਤੁਰੇ ਫਿਰਦੇ ਆ। ਬੰਦਾ ਆਪ ਸਹੀ ਹੁੰਦਾ ਆ, ਜਿਹੜਾ ਆਲਾ ਦੁਆਲਾ ਹੁੰਦਾ ਨਾ ਉਹ ਉਹਨੂੰ ਖਰਾਬ ਕਰਦਾ ਆ। ਇਸ ਕਰਕੇ ਕਹਿੰਦੇ ਆ ਬੰਦੇ ਨੂੰ ਹਮੇਸ਼ਾ ਆਪਣੀ ਕੰਪਨੀ ਜਿਹੜੀ ਆ ਸਹੀ ਰੱਖਣੀ ਚਾਹੀਦੀ ਆ। ਕਿਹੜੀ ਕੰਪਨੀ 'ਚ ਤੁਸੀਂ ਬੈਠਦੇ ਹੋ, ਦ ਪਰਸਨ ਨੋਨ ਬਾਏ ਦ ਕੰਪਨੀ ਹੀ ਕੀਪਸ, ਯੂ ਨੋ। ਸੋ ਕਈ ਵਾਰੀ ਆਪ ਤੁਸੀਂ ਸਹੀ ਹੁੰਦੇ ਹੋ ਔਰ ਇੰਨੀ ਛੋਟੀ ਏਜ ਦੇ ਵਿੱਚ ਇੰਨਾ ਜ਼ਿਆਦਾ ਫੇਮ ਮਿਲ ਜਾਣਾ, ਇੰਨੇ ਸਕਸੈਸਫੁਲ ਹੋ ਜਾਣਾ। ਔਰ ਅੱਜ ਵੀ ਅਸੀਂ ਇੰਨੇ ਮੈਚੁਰ ਹੋ ਕੇ ਵੀ ਗਲਤੀਆਂ ਕਰਦੇ ਆ, ਸਾਡੇ ਮੰਮੀ ਪਾਪਾ ਵੀ ਗਲਤੀਆਂ ਕਰਦੇ ਆ। ਔਰ ਉਹ ਤੇ ਇੰਨੀ ਛੋਟੀ ਏਜ ਦੇ ਵਿੱਚ ਜਦੋਂ ਇੰਨਾ ਫੇਮ ਮਿਲ ਜੇ ਤੇ ਉਦੋਂ ਬੰਦੇ ਦਾ ਦਿਮਾਗ 7ਵੇਂ ਆਸਮਾਨ ਤੇ ਪਹੁੰਚ ਜਾਂਦਾ ਹੈ। ਤੇ ਸੋ ਗਲਤੀ ਤੇ ਲਾਜ਼ਮੀ ਆ। ਇੱਕ ਸੋਨੀਆ ਮਾਨ ਜੀ, ਤੁਸੀਂ ਫੇਮ ਦੀ ਗੱਲ ਕੀਤੀ ਜੀ, ਮਤਲਬ ਕਿ ਤੁਸੀਂ ਬਹੁਤ ਸਟਰਗਲ ਕੀਤੀ ਹੈ ਜੀ, ਗੁਰਦਾਸ ਮਾਨ ਹੋਰਾਂ ਨੇ ਬਹੁਤ ਸਟਰਗਲ ਕੀਤੀ ਹੈ ਜੀ, ਹਰਭਜਨ ਮਾਨ ਹੋਰਾਂ ਨੇ ਬਹੁਤ ਸਟਰਗਲ ਕੀਤੀ ਹੈ ਜੀ, ਜਿਸ ਮੁਕਾਮ ਤੇ ਅੱਜ ਉਹ ਹੈਗੇ ਨੇ, ਠੀਕ ਹੈ ਨਾ। ਹੁਣ ਜਿਵੇਂ ਮੈਂ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਜਾਂਦਾ ਸੀਗਾ ਜੀ, ਥੋੜੇ ਜਿਹੇ ਹਾਲੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਆਏ ਨੂੰ ਥੋੜਾ ਸਮਾਂ ਹੀ ਹੋਇਆ, ਪਰ ਆਪਣੇ ਗਾਣੇ ਦੇ ਵਿੱਚ ਇਦਾਂ ਜ਼ਾਹਿਰ ਕਰਦੇ ਨੇ ਕਿ ਮੈਂ ਇੰਨੀ ਸਟਰਗਲ ਕਰ ਲਈ, ਮੈਂ ਅੱਜ ਇੱਥੇ ਪਹੁੰਚ ਗਿਆ। ਇਹ ਸਹੀ ਹੈ ਜੀ? ਇਸ ਚੀਜ਼ ਨੂੰ ਗਾਣਿਆਂ ਦੇ ਵਿੱਚ ਲੈ ਕੇ ਆਉਣਾ ਸਹੀ ਹੈ? ਦੇਖੋ ਉਹ ਉਹਨਾਂ ਦਾ ਪੁਆਇੰਟ ਆਫ ਵਿਊ ਆ, ਹਨਾ ਵੀ ਹਰ ਇੱਕ ਬੰਦੇ ਦੀ ਆਪਣੀ ਪਰਸਨੈਲਿਟੀ ਆ, ਹਰ ਇੱਕ ਬੰਦੇ ਦੇ ਆਪਣੇ ਪੁਆਇੰਟ ਆਫ ਵਿਊਜ਼ ਕੀ ਕਹਿਣਾ ਚਾਹੁੰਦੇ ਆ, ਕੀ ਨਹੀਂ ਕਹਿਣਾ ਚਾਹੁੰਦੇ ਗਾਣਿਆਂ 'ਚ, ਹਨਾ। ਔਰ ਵੇਖਿਆ ਜਾਵੇ ਤੇ ਅੱਜ ਕੱਲ ਦੇ ਸਾਡੇ ਜਿੰਨਾ ਯੂਥ ਆ ਸੁਣਦਾ ਵੀ ਤੇ ਫਿਰ ਸਿੱਧੂ ਮੂਸੇਵਾਲੇ ਨੂੰ ਆ, ਗ੍ਰੰਥੀਆਂ ਨੂੰ ਤੇ ਕੌਣ ਨਹੀਂ ਸੁਣਦਾ। ਅੱਜ ਆਪਾਂ ਕਲਚਰਲ ਗਾਣੇ ਗਾਉਣ ਚੱਲ ਜੀ ਤੇ ਕੌਣ ਸੁਣਦਾ ਆ? ਬਸ ਜਾਂ ਸਿੱਧੂ ਮੂਸੇਵਾਲੇ ਨੂੰ ਸੁਣਿਆ ਜਾਂਦਾ ਆ ਜਾਂ ਸਾਡੇ ਵਰਗੇ ਨੁਸਰਤ ਸਾਹਿਬ ਦੀਆਂ ਕਵਾਲੀਆਂ ਸੁਣ ਲੈਂਦੇ ਆ। ਸੋ ਦੋ ਚੀਜ਼ਾਂ ਆ, ਜਾਂ ਰੱਬ ਵਾਲੇ ਬੰਨੇ ਤੁਸੀਂ ਨੁਸਰਤ ਸਾਹਿਬ ਸੁਣਦੇ ਹੋ, ਕਵਾਲੀਆਂ ਸੁਣਦੇ ਹੋ, ਉਹਨਾਂ ਦੇ ਨਾਲ ਤੁਸੀਂ ਰੱਬ ਤੱਕ ਪਹੁੰਚ ਜਾਂਦੇ ਹੋ। ਮੈਂ ਬਹੁਤ ਘੱਟ ਲੋਕੀ ਸੁਣੇ ਆ ਜਿਹੜੇ ਕਿ ਦੂਜੇ ਕਲਚਰਲ ਸੌਂਗ ਸੁਣਦੇ ਹੋਣ, ਜਿਹੜੇ ਬਹੁਤ ਵਧੀਆ ਆ। ਜਾਂ ਕਰਨ ਔਜਲਾ ਚੱਲ ਰਿਹਾ ਆ, ਸਿੱਧੂ ਮੂਸੇਵਾਲਾ ਚੱਲ ਰਿਹਾ। ਆਈ ਬਿਲੀਵ ਕਿ ਜੋ ਸਾਡੇ ਲੋਕਾਂ ਦੀ ਡਿਮਾਂਡ ਆ, ਜੇ ਲੋਕੀ ਨਾ ਸੁਣਦੇ ਹੋਣ ਤੇ ਉਹ ਨਾ ਗਾਉਂਦਾ ਹੋਵੇ।
ਜੈਸੇ ਕੋ ਤੈਸਾ, ਤਾਲੀ ਇੱਕ ਹੱਥ ਨਾਲ ਤੇ ਤੁਸੀਂ ਕਹਿਣਾ ਵੱਜਦੀ ਚਾਹੁੰਦੇ ਹੋ ਨਹੀਂ। ਕਿ ਜਿਹੋ ਜਿਹੇ ਲੋਕ ਸੁਣਨਾ ਚਾਹੁੰਦੇ ਨੇ, ਪਰ ਸੁਣਨਾ ਤਾਂ ਲੋਕ ਸਤਿੰਦਰ ਸਰਤਾਜ ਨੂੰ ਵੀ ਚਾਹੁੰਦੇ ਨੇ ਜੀ। ਸਤਿੰਦਰ ਸਰਤਾਜ ਦੀ ਦੇਖੋ ਕਿੰਨੀ ਸੋਹਣੀ ਗਾਇਕੀ ਹੈ ਜੀ, ਕਿੰਨੀ ਸੋਹਣੀ ਲਿਖਤ ਹੈ। ਉਹ ਗਾਉਂਦੇ, ਦੇਖੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੀ ਸੁਸਾਇਟੀ ਦੇ ਵਿੱਚ। ਕੁਝ ਕ੍ਰਿਮੀਨਲ ਮਾਈਂਡਡ ਲੋਕੀ ਹੁੰਦੇ ਆ, ਜੀ ਕੁਝ ਬਹੁਤ ਹੀ ਸੌਫਟ ਲੋਕੀ ਹੁੰਦੇ ਆ, ਕੁਝ ਪੋਲੀਟੀਕਲ ਮਾਈਂਡਡ ਲੋਕੀ ਹੁੰਦੇ ਆ, ਠੀਕ ਹੈ ਜੀ। ਕੁਝ ਸੰਤ ਹੁੰਦੇ ਆ। ਜੀ। ਸੋ ਸਾਡੀ ਸੁਸਾਇਟੀ ਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਲੋਕੀ ਵਿਚਰਦੇ ਨੇ। ਜੀ। ਹਰ ਇੱਕ ਦੀ ਆਪੋ ਆਪਣੀ ਥਿੰਕਿੰਗ, ਲਾਈਕਿੰਗ ਡਿਫਰੈਂਟ ਆ। ਜੀ। ਕੋਈ ਸਿੱਧੂ ਮੂਸੇਵਾਲੇ ਨੂੰ ਲਾਈਕ ਕਰਦਾ, ਕੋਈ ਸਤਿੰਦਰ ਸਰਤਾਜ ਨੂੰ ਲਾਈਕ ਕਰਦਾ, ਕੋਈ ਹਰਭਜਨ ਮਾਨ ਨੂੰ ਲਾਈਕ ਕਰਦਾ, ਕੋਈ ਨੁਸਰਤ ਫਤਿਹ ਅਲੀ ਖਾਨ ਨੂੰ। ਸੋ ਡਿਫਰੈਂਟ ਪੀਪਲ। ਜੀ ਮੇਰੀ ਕੋਸ਼ਿਸ਼ ਇਹ ਸੀਗੀ ਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਕੰਮ ਕੀਤਾ, ਇੱਕ ਵਾਰ ਉਹਨਾਂ ਤੋਂ ਵੀ ਪੁੱਛਿਆ ਜਾਵੇ ਕਿ ਉਹਨਾਂ ਪ੍ਰਤੀ ਕੀ ਸੋਚ ਹੈਗੀ ਆ। ਤਾਂ ਸੋਨੀਆ ਮਾਨ ਜੀ ਨੇ ਆਪਣੇ ਰਿਵਿਊ ਦਿੱਤੇ। ਅੱਗੇ ਵਧੇ ਸੋਨੀਆ ਮਾਨ ਜੀ, ਪੰਜਾਬੀ ਇੰਡਸਟਰੀ ਦੇ ਵਿੱਚ, ਪੰਜਾਬੀ ਫਿਲਮ ਦੇ ਵਿੱਚ ਹੁਣ ਤੁਸੀਂ ਕਦੋਂ ਆ ਰਹੇ ਹੋ ਜੀ? ਕੋਈ ਤੁਹਾਡਾ ਅਪਕਮਿੰਗ ਪ੍ਰੋਜੈਕਟ ਹੈਗਾ? ਹਿੰਦੀ ਦੇ ਵਿੱਚ ਹੈਗਾ, ਪੰਜਾਬੀ ਦੇ ਵਿੱਚ ਮੈਨੂੰ ਪਤਾ ਨਹੀਂ। ਇਹਦੇ ਵਿੱਚ ਕਾਰਨ ਜੀ? ਕਾਰਨ ਪਤਾ ਨਹੀਂ ਐਕਚੁਅਲੀ। ਕੋਈ ਸਕ੍ਰਿਪਟ ਪਸੰਦ ਨਹੀਂ ਆਉਂਦੀ ਤੁਹਾਨੂੰ? ਨਹੀਂ, ਸਕ੍ਰਿਪਟ ਦੀ ਗੱਲ ਨਹੀਂ, ਮੈਨੂੰ ਪਤਾ ਹੀ ਨਹੀਂ ਐਕਚੁਅਲੀ। ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਪੁਰਾਣੀ ਪੰਜਾਬੀ ਇੰਡਸਟਰੀ ਨੂੰ ਜਾਣਦੀ ਸੀ ਬਹੁਤ ਚੰਗੇ ਤਰੀਕੇ ਦੇ ਨਾਲ। ਨਵਿਆਂ ਦੇ ਨਾਲ ਨਵੇਂ ਲੋਕ ਆ ਰਹੇ ਨੇ। ਹਾਂ, ਬਾਈ ਜੀ ਦੇ ਨਾਲ ਹੋ ਸਕਦਾ ਮੈਂ ਫਿਲਮ ਕਰਾਂ, ਹਰਭਜਨ ਮਾਨ ਜੀ। ਮੈਂ ਪਿੱਛੇ ਜੇ ਉਹਨਾਂ ਨਾਲ ਗਾਣਾ ਸ਼ੂਟ ਕਰਦੀ ਸੀਗੀ ਤੇ ਉਦੋਂ ਉਹਨਾਂ ਨੇ ਮੈਨੂੰ ਆਫਰ ਕੀਤੀ ਸੀਗੀ ਕਿ ਸੋਨੀਆ ਹੁਣ ਆਪਾਂ ਨੂੰ ਇੱਕ ਫਿਲਮ ਕਰਨੀ ਚਾਹੀਦੀ ਹੈ। ਮੈਂ ਕਿਹਾ ਫॉर श्योर ਸਰ ਜੀ। ਤਾਂ ਉਮੀਦ ਕਰਦੇ ਹਾਂ ਕਿ ਜਲਦੀ ਉਹ ਫਿਲਮ ਆਏਗੀ ਜੀ। ਤੁਸੀਂ ਹਾਲੀਵੁੱਡ ਦੇ ਵਿੱਚ ਵੀ ਮੈਂ ਸੁਣਿਆ ਜਾਣ ਜਾ ਰਹੇ ਹੋ ਜੀ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਜੀ। ਐਕਸਕਲੂਸਿਵਲੀ ਦੱਸਿਓ ਕੋਈ ਨਵੀਂ ਚੀਜ਼। ਐਕਚੁਅਲੀ ਮੈਨੂੰ ਆਫਰ ਆਇਆ ਸੀਗਾ ਇੱਕ। ਅੱਛਾ ਜੀ। ਫਿੰਗਰ ਕ੍ਰੋਸ ਅਜੇ ਮੈਂ ਦੱਸਣਾ ਨਹੀਂ ਚਾਹ ਰਹੀ ਸੀਗੀ। ਇੱਕ ਉੱਥੇ ਸੀਰੀਜ਼ ਸੀਗੀ। ਅੱਛਾ ਜੀ। ਫਾਸਟੈਸਟ ਫਿਊਰੀਅਸ ਦੇ ਡਾਇਰੈਕਟਰ ਸੀਗੇ ਉਹਨਾਂ ਨੇ। ਮੇਰੇ ਸਾਡੇ ਬੰਬੇ ਤੋਂ ਮੇਰੇ ਕਾਫੀ ਕਲੋਜ਼ ਫਰੈਂਡ ਸੀਗੇ, ਉਹਨਾਂ ਨੇ ਮੇਰੀਆਂ ਪਿਕਚਰਸ ਫਾਰਵਰਡ ਕੀਤੀਆਂ ਸੀਗੀਆਂ। ਐਜ਼ ਦੇ ਥਿੰਕ ਕਿ ਆਈ ਡੋਂਟ ਲੁੱਕ ਲਾਈਕ ਇੰਡੀਅਨ, ਆਈ ਲੁੱਕ ਵਰਸਟਾਈਲ, ਮੇਰਾ ਫੇਸ ਲੱਗਦਾ ਆ। ਸੋ ਫॉर दैट ਦੇ ਵਾਂਟ ਮੀ ਟੂ ਲਰਨ ਹਾਰਸ ਰਾਈਡਿੰਗ। ਇਸੇ ਲਈ ਤੁਸੀਂ ਅੱਜ ਕੱਲ ਘੋੜਸਵਾਰੀ ਕਰ ਰਹੇ ਹੋ? ਮੈਂ ਸਿੱਖੀ ਹਾਂ, ਬਟ ਯੂ ਨੈਵਰ ਨੋ ਫਿੰਗਰ ਕ੍ਰੋਸ ਵਾਟ ਵਿਲ ਹੈਪਨ ਨੈਕਸਟ। ਹਾਲੇ ਤੱਕ ਉੱਥੋਂ ਡੀਲ ਡਨ ਹੋਗੀ? ਡੀਲ ਡਨ ਇਜ਼ ਲਾਈਕ ਲੋਕਡਾਊਨ ਚੱਲ ਰਿਹਾ ਹੈ। ਆਈ ਹੈਵ ਟੂ ਗੋ ਫॉर ਆਡੀਸ਼ਨਸ। ਸਾਰੀਆਂ ਚੀਜ਼ਾਂ ਆਡੀਸ਼ਨਸ ਵਾਸਤੇ ਸਾਰੀਆਂ ਚੀਜ਼ਾਂ ਹੁੰਦੀਆਂ ਹੈ। ਇਟਸ ਨਾਟ ਓਨਲੀ ਕਿ ਤੁਸੀਂ ਪਿਕਚਰਸ ਤੋਂ ਸਿਲੈਕਟ ਹੁੰਦੇ ਹੋ ਤੇ ਤੁਹਾਨੂੰ ਸਾਰਾ ਕੁਝ, ਜਿਵੇਂ ਹੁਣ ਮੈਂ ਸਿੱਖ ਰਹੀ ਸੀਗੀ, ਸਾਰਾ ਕੁਝ ਕਰਕੇ ਮੈਨੂੰ ਟੈਸਟ ਦੇਣਾ ਪਊਗਾ ਇੱਕ ਵਾਰੀ। ਤੁਸੀਂ ਮੁੰਬਈ ਗਏ ਜੀ, ਉੱਥੇ ਹਿਮੇਸ਼ ਜੀ ਨਾਲ ਤੁਸੀਂ ਮੂਵੀਜ਼ ਕੀਤੀਆਂ, ਉਹ ਕਿਵੇਂ ਦਾ ਐਕਸਪੀਰੀਅੰਸ ਰਿਹਾ ਜੀ ਬਾਲੀਵੁੱਡ ਦੇ ਵਿੱਚ? ਹਿਮੇਸ਼ ਜੀ ਦੇ ਨਾਲ ਕੰਮ ਕਰਕੇ ਮੈਨੂੰ ਬਹੁਤ ਚੰਗਾ ਲੱਗਾ। ਬਹੁਤ ਹੀ ਡਾਊਨ ਟੂ ਅਰਥ, ਬਹੁਤ ਹੀ ਚੰਗੇ ਇਨਸਾਨ ਨੇ। ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਉਹਨਾਂ ਦੇ ਕੋਲੋਂ, ਬਹੁਤ ਕੁਝ ਸਿਖਾਉਂਦੇ ਨੇ ਉਹ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਬਾਲੀਵੁੱਡ ਮੂਵੀਜ਼ ਕਰ ਰਹੇ ਹੋ ਜੀ? ਮੈਂ 2 ਫਿਲਮਾਂ ਸਾਈਨ ਕੀਤੀਆਂ ਆ ਇਹਨਾਂ ਦੇ ਨਾਲ ਹੀ, ਹਿਮੇਸ਼ ਜੀ ਦੇ ਨਾਲ। ਇੱਕ ਹੋਰ ਫਿਲਮ ਆ ਮੇਰੀ, ਮੈਂ ਤੈਨੂੰ ਫਿਰ ਮਿਲਾਂਗੀ, ਮਿਸਟਰ ਸੈਲੇ ਸਿੰਘ ਦੇ ਬੈਨਰ ਦੇ ਥੱਲੇ। ਅੱਛਾ ਜੀ। ਮੈਂ ਸੋਨੀਆ ਮਾਨ ਜੀ ਦਾ ਇੱਕ ਤੁਹਾਨੂੰ ਹੋਰ ਰੂਪ ਦਿਖਾਉਣਾ ਚਾਹੂੰਗਾ। ਉਹ ਅੱਜ ਕੱਲ ਜੋ ਸਪੈਸ਼ਲ ਬੱਚੇ ਨੇ, ਜੋ ਸੁਣ ਨਹੀਂ ਸਕਦੇ, ਜੋ ਦੇਖ ਨਹੀਂ ਸਕਦੇ, ਉਹਨਾਂ ਦੀ ਸੇਵਾ ਕਰਦੇ ਨੇ, ਉਹਨਾਂ ਨਾਲ ਸਮਾਂ ਬਤੀਤ ਕਰਦੇ ਨੇ ਜਦੋਂ ਟੈਂਸਡ ਹੁੰਦੇ ਨੇ, ਜਦੋਂ ਡਿਪਰੈਸਡ ਹੁੰਦੇ ਨੇ, ਤਾਂ ਉਹਨਾਂ ਕੋਲ ਜਾਂਦੇ ਨੇ, ਉਹਨਾਂ ਨਾਲ ਸਮਾਂ ਬਤੀਤ ਕਰਦੇ ਨੇ। ਸਮਾਜ ਸੇਵੀ ਵਾਲੇ ਕੰਮ ਵੀ ਕਰਦੇ। ਅੱਜ ਦੇ ਸਮੇਂ 'ਚ ਆਪਾਂ ਦੇਖ ਰਹੇ ਹਾਂ ਕਿ ਸਮਾਜ ਸੇਵੀ ਨੇ ਜੋ ਨੇ ਉਹ ਬੜੇ ਵਿਵਾਦਾਂ ਦੇ ਵਿੱਚ ਨੇ। ਇਹਨਾਂ ਬਾਰੇ ਵੀ ਆਪਾਂ ਸੋਨੀਆ ਮਾਨ ਜੀ ਕੋਲ ਸਵਾਲ ਪੁੱਛਾਂਗੇ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ।